21 ਦਸੰਬਰ 1981 ਨੂੰ ਜਥੇਦਾਰ ਜੀ ਦਾ ਮਰਡਰ ਹੁੰਦਾ। ਮੋਹਨ ਸਿੰਘ ਸੰਧੂ ਇੱਕ ਸਾਡਾ ਮੈਂਬਰ ਸੀ ਆਪਣਾ ਹੀ, ਉਹ ਮੈਂਬਰ ਅੱਗੇ ਆ ਕੇ ਗੱਡੀ ਲਾਂਦਾ, ਉਹਦੀ ਜਥੇਦਾਰ ਜੀ ਨਾਲ ਕਿਸੇ ਗੱਲ ਤੇ ਰਿਫਟ ਸੀ ਕਿ ਮੇਰੇ ਇਲਾਕੇ 'ਚ ਮੇਰੇ ਤੋਂ ਬਗੈਰ ਕਿੱਦਾਂ ਆ ਗਏ, ਤੇ ਉਹ ਗੋਲੀ ਮਾਰਦਾ, 3 ਗੋਲੀਆਂ ਮਾਰਦਾ। ਸਾਡਾ ਗਨਮੈਨ ਗੱਡੀ 'ਚ ਬੈਠਾ ਹੈ, ਇੱਕ ਗਨਮੈਨ ਹੋਰ ਹਫ਼ਤਾ ਪਹਿਲੇ ਉਸ ਗਨਮੈਨ ਨੇ ਰਖਾਇਆ ਸੀਗਾ। ਗਨਮੈਨ ਵੀ ਗੋਲੀ ਮਾਰਦਾ ਇੱਕ ਨਾ, ਸਿਰਫ ਸੰਧੂ ਗੋਲੀ ਮਾਰਦਾ। ਜਦੋਂ ਸੰਧੂ ਭੱਜਦਾ ਤੇ ਜਿਹੜਾ ਸਾਡਾ ਗਨਮੈਨ ਸੀਗਾ ਉਹ ਭੱਜੇ ਜਾਂਦੇ ਨੂੰ ਰਾਈਫਲ ਨਾਲ ਗੋਲੀ ਮਾਰਦਾ, ਉਹਨੂੰ ਲੱਤ ਤੇ ਵੱਜਦੀ, ਉਹ ਆਪਣੀ ਗੱਡੀ ਥੱਲੇ ਵੜਨ ਲੱਗਦਾ, ਘਸੀਟ ਕੇ ਉਹਦੀ ਕਨਪੱਟੀ ਤੇ ਰੱਖ ਕੇ ਉਸ ਨੂੰ ਮਾਰ ਦਿੰਦਾ। ਮੌਕੇ ਤੇ ਮਰ ਜਾਂਦਾ। ਮੌਕੇ ਤੇ ਮਰ ਜਾਂਦਾ। ਜਥੇਦਾਰ ਜੀ, ਉਹ ਜਥੇਦਾਰ ਜੀ ਦੀ ਜਿਹੜੀ ਡੈਥ ਆ ਗੱਡੀ 'ਚ ਹੀ ਹੋ ਜਾਂਦੀ ਆ। ਕਿਉਂ? ਕਿਉਂਕਿ ਉਹਨਾਂ ਨੂੰ ਹਸਪੀਟਲ ਨਹੀਂ ਲਿਜਾਇਆ ਜਾਂਦਾ। ਉੱਥੋਂ ਤਕਰੀਬਨ 50 ਮਿੰਟ ਦੂਰ ਗਿਆਨੀ ਜ਼ੈਲ ਸਿੰਘ ਦਾ ਘਰ ਹੈ। ਸਾਡਾ ਗਨਮੈਨ ਉਸ ਨੂੰ ਗਿਆਨੀ ਜ਼ੈਲ ਸਿੰਘ ਦੇ ਘਰ ਹੋਮ ਮਿਨਿਸਟਰ ਦੇ ਲੈ ਕੇ ਜਾਂਦਾ। ਖੂਨ 'ਚ ਲੱਥਪੱਥ ਜਥੇਦਾਰ ਸੰਤੋਖ ਸਿੰਘ ਤਿੰਨ ਦੇ ਗੋਲੀਆਂ ਵੱਜੀਆਂ ਹੋਈਆਂ, 3 ਗੋਲੀਆਂ ਔਰ ਵੱਜੀਆਂ। ਗਨਮੈਨ ਉਹਨਾਂ ਨੂੰ ਉਸ ਵੇਲੇ ਦੇ ਹੋਮ ਮਿਨਿਸਟਰ ਦੇ ਘਰ ਲੈ ਜਾਂਦਾ, ਗਿਆਨੀ ਜ਼ੈਲ ਸਿੰਘ ਦੇ ਘਰ। ਗਿਆਨੀ ਜ਼ੈਲ ਸਿੰਘ ਦੇ ਘਰ। ਤੇ ਮੈਡਮ ਨਾਲ ਇੱਕੋ ਗੱਲ ਕਰਦੇ ਮੇਰੇ ਮਦਰ ਕੀ, ਮੈਡਮ ਮੇਰੇ ਪਤੀ ਦਾ ਕਤਲ ਹੋਇਆ ਔਰ ਮੈਨੂੰ ਕਾਤਲ ਚਾਹੀਦੇ ਨੇ, ਪਰਿਵਾਰ ਨੂੰ ਕਾਤਲ ਚਾਹੀਦੇ ਨੇ, ਸਾਨੂੰ ਤੁਹਾਡੇ ਕੋਲੋਂ ਹੋਰ ਕੁਝ ਨਹੀਂ ਚਾਹੀਦਾ। ਉਹ ਕਹਿੰਦੀ ਮੈਂ ਤੁਹਾਡੇ ਕਾਤਲ ਲੱਭ ਕੇ ਦਵਾਂਗਾ। ਅਸੀਂ ਸਰਕਾਰ ਨੂੰ ਆਪਣਾ ਸਮਝ ਰਹੇ ਹਾਂ। ਅਸੀਂ ਸੋਚਦੇ ਹਾਂ ਕਿ ਇੰਦਰਾ ਗਾਂਧੀ ਕੋਲੋਂ ਅਸੀਂ ਜਾ ਕੇ ਜੋ ਮਰਜ਼ੀ ਗੱਲ ਕਰੀਏ ਅਸੀਂ, ਲੇਕਿਨ ਸਰਕਾਰ ਨੇ ਮੈਨੂੰ ਸੀਬੀਆਈ ਇਨਕੁਆਇਰੀ ਨਹੀਂ ਦਿੱਤੀ। ਮੈਂ ਇਹ ਸਮਝਦਾ ਵਾਂ ਕਿ ਇੰਦਰਾ ਗਾਂਧੀ ਨੇ ਗਿਆਨੀ ਜੀ ਨੂੰ ਫਾਈਲ ਦਿਖਾਤੀ ਹੋਣੀ ਹੈ ਕਿ ਤੈਨੂੰ ਰਾਸ਼ਟਰਪਤੀ ਬਣਾ ਰਹੇ ਆ, ਆਹ ਦੇਖ ਲਈ। ਸੱਤਾ ਦਾ ਕੋਈ ਧਰਮ ਨਹੀਂ ਹੈ। ਧਰਮ ਸੱਤਾ ਦਾ ਇੱਕੋ ਹੀ ਹੈ ਕਿ ਉਹਨਾਂ ਨੇ ਤਾਕਤ 'ਚ ਕਿੱਦਾਂ ਰਹਿਣਾ, ਭਾਵੇਂ ਕਿਸੇ ਦੀ ਬਲੀ ਦੇਣੀ ਹੋਵੇ। ਇਹ ਸੰਤ ਜਰਨੈਲ ਸਿੰਘ ਨੂੰ ਹੱਥ ਪਾਇਆ, ਜਵਾਲਾਮੁਖੀ ਬਣ ਕੇ ਕੌਮ ਫਟੇਗੀ ਔਰ ਇਹਦੇ ਲਾਵੇ 'ਚ ਮੁਲਕ ਭਸਮ ਹੋ ਜਾਏਗਾ। ਹੁਣ ਇਸ ਤੋਂ ਵੱਡਾ ਕੀ ਤੁਸੀਂ ਗੱਲ ਕਰ ਸਕਦੇ ਹੋ? ਇਸ ਗੱਲ ਨੂੰ ਸੁਣ ਕੇ ਇੰਦਰਾ ਗਾਂਧੀ ਨੇ ਮੈਸੇਜ ਭੇਜਿਆ ਕਿ ਜਥੇਦਾਰ ਜੀ ਮੈਨੂੰ ਮਿਲਣ ਆਓ, ਆਪਕੀ ਵਜ੍ਹਾ ਸੇ ਸਾਰਾ ਕੁਝ ਹੁਆ। ਉਹਨੇ ਕਿਹਾ ਬੀਬੀ ਇੱਕ ਗੱਲ ਸੁਣ ਲੈ ਕਿ ਜੇ ਜਥੇਦਾਰ ਸੰਤੋਖ ਸਿੰਘ ਨੇ ਲੀਡਰੀ ਕਰਨੀ ਹੈ ਤੇ ਉਹਨੇ ਕਦੀ ਤੇਰੇ ਕੋਲੋਂ ਕੋਈ ਆਪਣਾ ਪਰਸਨਲ ਮਫਾਦ ਨਹੀਂ ਲਿਆ। ਮੈਂ ਸਿੱਖਾਂ ਦੀ ਗੱਲ ਕਰਾਂਗਾ, ਕੌਮ ਦੀ ਗੱਲ ਕਰਾਂਗਾ, ਪੰਥ ਦੀ ਗੱਲ ਕਰਾਂਗਾ। ਜਥੇਦਾਰ ਸੰਤੋਖ ਸਿੰਘ ਦਾ ਮਰਡਰ ਹੋ ਜਾਂਦਾ ਹੈ। ਅੱਜ ਵੀ ਸਿੱਖ ਕਹਿੰਦੇ ਨੇ ਕਿ ਜੇ ਜਥੇਦਾਰ ਸੰਤੋਖ ਸਿੰਘ ਹੁੰਦਾ ਤੇ ਗੋਲਡਨ ਟੈਂਪਲ ਐਕਸ਼ਨ ਨਹੀਂ ਹੋਣਾ ਸੀਗਾ। 1984 ਜਿਹੜੀ ਨਵੰਬਰ ਚ ਇੰਦਰਾ ਮਰੀ ਹੈ, ਉਹ ਨੌਬਤ ਨਹੀਂ ਆਣੀ ਸੀ। ਤਾਂ ਮਤਲਬ ਜਥੇਦਾਰ ਜੀ ਇੰਨੀ ਜੁਰਤ ਕਰਦੇ ਸੀ ਕਿ ਗਾਂਧੀ ਫੈਮਿਲੀ ਦੇ ਅੱਗੇ ਹੋ ਕੇ ਪੰਥ ਦੀ ਗੱਲ ਉਹ ਕਹਿ ਸਕਦੇ। ਬੜਾ ਜ਼ੋਰ ਲਾਇਆ ਕਿ ਜਥੇਦਾਰ ਸੰਤੋਖ ਸਿੰਘ ਨੂੰ ਮੈਂ ਇੰਟਰੋਗੇਟ ਕਰਾਂ ਤੇ ਨਿਰੰਕਾਰੀ ਕੇਸ ਮਰਡਰ ਦਾ ਸਾਰਾ ਖੁੱਲ ਜਾਏਗਾ। ਲੇਕਿਨ ਕਿਸਮਤ ਅੱਛੀ ਸੀਗੀ ਕਿ ਉਸ ਵੇਲੇ ਇੰਦਰਾ ਗਾਂਧੀ ਦਾ ਰਾਜ ਆ ਚੁੱਕਾ ਸੀਗਾ। ਸੀਬੀਆਈ ਜਥੇਦਾਰ ਜੀ ਦੇ ਉੱਤੇ ਕਿਸੇ ਕਿਸਮ ਦਾ ਪ੍ਰੈਸ਼ਰ ਨਹੀਂ ਬਣਾ ਸਕੀ। ਸਾਰੀ ਪਲੈਨਿੰਗ ਜਥੇਦਾਰ ਜੀ ਨੂੰ ਪਤਾ ਸੀ ਪਹਿਲਾਂ ਤੋਂ? 100% ਉਹਨਾਂ ਨੂੰ ਪਤਾ ਸੀਗਾ। ਜਥੇਦਾਰ ਰਣਜੀਤ ਸਿੰਘ ਨਾਲ ਮੇਰਾ ਇੰਟਰਵਿਊ ਤਵਾਰੀਖ ਦੇ ਵਿੱਚ ਹੀ ਹੋਇਆ। ਉਹਨਾਂ ਨੇ ਕਿਹਾ ਕਿ ਮੇਰੀ ਸੰਤਾਂ ਦੇ ਨਾਲ ਇਸ ਬਾਰੇ ਕਦੇ ਕੋਈ ਗੱਲਬਾਤ ਨਹੀਂ ਹੋਈ ਸੀ। ਉਹਨਾਂ ਦੀ ਕੋਈ ਮੁਲਾਕਾਤ ਹੋਈ ਹੋਵੇ ਨਾ ਹੋਈ ਹੋਵੇ, ਮੈਂ ਨਹੀਂ ਉਸ ਤੇ ਕਹਿੰਦਾ, ਕਿਉਂਕਿ ਇਹ ਵੀ ਕਿਹਾ ਜਾਂਦਾ ਸੀਗਾ ਕਿ ਸੋਨੇ ਨਾਲ ਤੋਲ ਦਿਆਂਗੇ, ਐਸੀਆਂ ਗੱਲਾਂ ਹੁੰਦੀਆਂ ਸੀ। ਉਹਨਾਂ ਨੇ ਕਿਹਾ ਐਸਾ ਕੁਝ ਨਹੀਂ ਹੋਇਆ ਕਦੇ। ਉਹਨਾਂ ਦੇ ਘਰਾਂ ਦਾ ਖਰਚੇ ਤੋਂ ਲੈ ਕੇ ਉਹਨਾਂ ਨੂੰ ਲੀਗਲ ਏਡ ਤੱਕ ਸਾਰੀ ਜਥੇਦਾਰ ਸੰਤੋਖ ਸਿੰਘ ਨੇ ਪ੍ਰੋਵਾਈਡ ਕੀਤੀ। ਸੋ ਇਹ ਤੇ ਔਨ ਰਿਕਾਰਡ ਹੈ। ਪਲੈਨਿੰਗ ਦਾ ਵੀ ਹਿੱਸਾ ਸੀਗੇ। ਮੈਂ ਨਹੀਂ ਕਹਿ ਸਕਦਾ। ਪਰ ਉਸ ਦਿਨ ਕੀ ਹੋਇਆ, ਤੁਸੀਂ ਕਿੱਥੇ ਸੀਗੇ ਔਰ ਇਹ ਵਾਰਦਾਤ ਘਟਨਾ ਕਿਵੇਂ ਵਾਪਰਦੀ ਹੈ? ਜਿਸ ਦਿਨ ਜਥੇਦਾਰ ਜੀ ਲੈਕਚਰ ਦਿੰਦੇ ਨੇ 20 ਸਤੰਬਰ 1981 ਨੂੰ, ਜਿਸ ਦਿਨ ਸੰਤ ਭਿੰਡਰਾਂ ਨੇ ਗ੍ਰਿਫਤਾਰ ਹੁੰਦੇ ਆ ਉਸ ਸਟੇਜ ਤੋਂ, ਉਸ ਲੈਕਚਰ ਦੇ ਵਿੱਚ ਜਥੇਦਾਰ ਜੀ ਨੇ ਸਿੱਧੇ ਰੂਪ 'ਚ ਕਿਹਾ ਸੀਗਾ ਕਿ ਮੈਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦਾ। ਤਵਾਰੀਖ ਦੇ ਇਸ ਐਪੀਸੋਡ 'ਚ ਤੁਹਾਡਾ ਸਵਾਗਤ ਹੈ। ਅੱਜ ਗੱਲ ਕਰਾਂਗੇ ਸਿੱਖ ਪੰਥ ਦੇ ਉਸ ਮਹਾਨ ਜਥੇਦਾਰ ਦੀ, ਜਿਸ ਨੂੰ ਭਾਵੇਂ ਕਿ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਹੋਵੇ, ਪਰ ਅੱਜ ਵੀ ਤਮਾਮ ਸੰਗਤ ਦੇ ਦਿਲ ਦੇ ਵਿੱਚ ਵਸਦੇ ਨੇ। ਮੈਂ ਗੱਲ ਕਰ ਰਿਹਾ ਜਥੇਦਾਰ ਸੰਤੋਖ ਸਿੰਘ ਹੋਣਾ ਦੀ। ਉਹਨਾਂ ਦੇ ਪੁੱਤਰ ਮਨਜੀਤ ਸਿੰਘ ਜੀਕੇ ਹੋਣੇ ਲੰਮਾ ਸਮਾਂ ਸਿੱਖ ਸਿਆਸਤ ਦੇ ਵਿੱਚ ਸਰਗਰਮ ਨੇ, ਅੱਜ ਵੀ ਸਰਗਰਮ ਨੇ। ਔਰ ਕੀ ਉਹ ਤਵਾਰੀਖ ਸੀ, ਕਿੰਜ ਇਹ ਘਟਨਾ ਵਾਪਰਦੀ ਹੈ, ਸਿੱਖ ਕੌਮ ਵਾਸਤੇ ਉਹ ਦਿਨ ਕਿਵੇਂ ਬਹੁਤ ਜ਼ਰੂਰੀ ਹੈ
ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਇਹ ਸਭ ਜਾਣਨਾ ਕਿਉਂ ਲਾਜ਼ਮੀ ਹੈ? ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਨਾਲ ਉਹਨਾਂ ਦਾ ਕੀ ਰਿਸ਼ਤਾ ਰਿਹਾ ਔਰ ਕਿਉਂ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਬੁਲਾ ਕੇ ਤਨਖਾਹੀਆ ਕਰਾਰ ਦਿੱਤਾ ਗਿਆ ਸੀ? ਬਾਦਲ ਤੇ ਟੌੜਾ ਪਰਿਵਾਰ ਦਾ ਉਹਨਾਂ ਦੇ ਨਾਲ ਕੈਸਾ ਸੰਬੰਧ ਰਿਹਾ? तमाम ਗੱਲਾਂ ਤੇ ਅੱਜ ਗੱਲਬਾਤ ਕਰਾਂਗੇ। ਸਾਡੇ ਨਾਲ ਮਨਜੀਤ ਸਿੰਘ ਜੀਕੇ ਸਾਹਿਬ ਨੇ। ਬਹੁਤ ਸਵਾਗਤ ਹੈ ਜੀ ਔਨ 에ਅਰ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀਕੇ ਸਾਹਿਬ, ਤਵਾਰੀਖ 'ਚ ਅਸੀਂ ਅਕਸਰ ਉਹਨਾਂ ਸਿੱਖ ਤਰੀਕਾਂ ਦਾ ਜ਼ਿਕਰ ਕਰਦੇ ਹਾਂ ਜਦੋਂ ਕੁਝ ਵੱਡੀਆਂ ਘਟਨਾਵਾਂ ਵਾਪਰੀਆਂ ਹੋਣ। ਜਥੇਦਾਰ ਸੰਤੋਖ ਸਿੰਘ ਦਾ ਮਰਡਰ ਹੋ ਜਾਂਦਾ ਹੈ, ਇਹ ਕਿਵੇਂ ਵਾਪਰਦੀ ਹੈ ਘਟਨਾ? ਦੇਖੋ, ਜਥੇਦਾਰ ਸੰਤੋਖ ਸਿੰਘ ਨੂੰ ਸਰਕਾਰ ਦਾ ਨਜ਼ਦੀਕੀ ਗਿਣਿਆ ਜਾਂਦਾ ਸੀਗਾ। ਔਰ ਸੱਤਾ ਜਿਹੜੀ ਹੁੰਦੀ ਹੈ ਨਾ, ਸੱਤਾ ਦੇ ਕੋਈ ਨਜ਼ਦੀਕੀ ਨਹੀਂ ਹੁੰਦਾ। ਸੱਤਾ ਦਾ ਆਪਣਾ ਇੱਕ ਮਫਾਦ ਹੁੰਦਾ ਹੈ ਔਰ ਜਿਹੜਾ ਵੀ ਉਹਦੇ ਨਜ਼ਦੀਕ ਜਾਂਦਾ ਹੈ ਇਹ ਉਹਦੇ ਉੱਤੇ ਹੁੰਦਾ ਹੈ ਕਿ ਜੇ ਸੱਤਾ ਆਪਣਾ ਮਫਾਦ ਦੇਖ ਰਹੀ ਹੈ ਤੇ ਉਹ ਜਿਹੜਾ ਨਜ਼ਦੀਕ ਜਾ ਰਿਹਾ ਉਹ ਆਪਣਾ ਮਫਾਦ ਦੇਖ ਰਿਹਾ ਕਿ ਉਹ ਆਪਣੀ ਕੌਮ ਦਾ ਮਫਾਦ ਦੇਖ ਰਿਹਾ। ਜਥੇਦਾਰ ਸੰਤੋਖ ਸਿੰਘ ਨੂੰ ਜੇ ਅੱਜ 42 ਸਾਲ ਉਹਨਾਂ ਦੇ ਗੋਲੀ ਲੱਗਣ ਤੋਂ ਬਾਅਦ ਦੁਨੀਆ ਯਾਦ ਕਰਦੀ ਹੈ, ਮੈਂ ਸਮਝਦਾ ਕਿ ਉਹਨਾਂ ਨੇ ਸਰਕਾਰਾਂ ਤੋਂ ਐਸੇ ਕੰਮ ਲਏ ਜਿਹੜੇ ਦੁਨੀਆ ਅੱਜ ਵੀ ਯਾਦ ਕਰਦੀ ਹੈ। ਹੁਣ ਦੇਖੋ, ਤੁਸੀਂ ਤਾਰੀਖ ਦੀ ਗੱਲ ਕਰ ਰਹੇ ਹੋ, 80 ਤੋਂ ਲੈ ਕੇ 84 ਦਾ ਦਹਾਕਾ ਜੀ, ਮੈਂ ਸਮਝਦਾ ਕਿ ਜਿਹੜਾ 1978 ਤੋਂ ਜੇ 80 ਦੇ 84 ਦੇ ਵਿਚਲਾ ਮੈਂ ਲਵਾਂ, 1978 ਨੂੰ 15 ਸਿੰਘ ਸ਼ਹੀਦ ਹੁੰਦੇ ਨੇ, ਨਿਰੰਕਾਰੀ ਨੂੰ ਅਲਾਓ ਕੀਤਾ ਜਾਂਦਾ ਹੈ ਵਿਸਾਖੀ ਵਾਲੇ ਦਿਨ 13 ਅਪ੍ਰੈਲ ਨੂੰ ਜੀ। ਉਹਦੇ ਬਾਅਦ ਇੱਕ ਦੀ ਡੈਥ ਹੁੰਦੀ ਹੈ ਜਾ ਕੇ ਕਾਨਪੁਰ, ਜਦੋਂ ਇਹ ਉੱਥੇ ਸਮਾਗਮ ਕਰਦਾ ਹੈ। ਫਿਰ 5 ਨਵੰਬਰ 1978 ਨੂੰ ਨਿਰੰਕਾਰੀ ਨੂੰ ਮੁਰਾਰਜੀ ਦੇਸਾਈ ਦੀ ਸਰਕਾਰ ਅਮਰ ਜਵਾਨ ਜੋਤੀ ਤੇ ਇੰਡੀਆ ਗੇਟ ਦੇ ਮੈਦਾਨਾਂ 'ਚ ਅਲਾਓ ਕਰ ਦਿੰਦੀ ਹੈ ਆਪਣਾ ਸਮਾਗਮ ਮਨਾਉਣ ਨੂੰ, ਜਿਹੜਾ ਲਾਲ ਕਿਲੇ ਦੀ ਦੀਵਾਰ ਤੇ ਜਮਨਾ ਕਿਨਾਰੇ ਕਈ ਵਰਿਆਂ ਤੋਂ ਮਨਾ ਰਹੇ ਸੀਗੇ। ਉੱਥੋਂ ਕੰਮ ਵਧਣਾ ਸ਼ੁਰੂ ਹੋ ਜਾਂਦਾ ਹੈ। ਲੇਕਿਨ ਅੱਜ ਵੀ ਸਿੱਖ ਕਹਿੰਦੇ ਨੇ ਕਿ ਜੇ ਜਥੇਦਾਰ ਸੰਤੋਖ ਸਿੰਘ ਹੁੰਦਾ ਤੇ ਗੋਲਡਨ ਟੈਂਪਲ ਐਕਸ਼ਨ ਨਹੀਂ ਹੋਣਾ ਸੀਗਾ। ਜੇ ਜਥੇਦਾਰ ਸੰਤੋਖ ਸਿੰਘ ਹੁੰਦਾ, ਉਹ 1984 ਜਿਹੜੀ ਨਵੰਬਰ ਚੰਦਰਾ ਮਰੀ ਹੈ, ਉਹ ਨੌਬਤ ਨਹੀਂ ਆਣੀ ਸੀ। ਤੁਸੀਂ ਇੱਕ ਸਵਾਲ ਮੇਰਾ ਇੱਥੇ ਆ ਰਿਹਾ, ਤੁਸੀਂ ਇਹ ਅਕਸਰ ਇੰਦਰਾ ਗਾਂਧੀ ਦਾ ਕਨਫਲਿਕਟ ਹੈ ਸਿੱਖਾਂ ਦੇ ਨਾਲ। ਤੁਸੀਂ ਕਹਿ ਰਹੇ ਹੋ ਮੁਰਾਰਜੀ ਦੇਸਾਈ ਨੇ ਵੀ ਸ਼ਹਿ ਦਿੱਤੀ ਨਿਰੰਕਾਰੀਆਂ ਨੂੰ, ਉਸੇ ਸਰਕਾਰ 'ਚ ਤਾਂ ਪ੍ਰਕਾਸ਼ ਸਿੰਘ ਬਾਦਲ ਮੰਤਰੀ ਵੀ ਰਹੇ। ਫਿਰ ਦੇਖੋ, ਸਰ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲੀ ਦਫਾ 1978 'ਚ ਨਿਰੰਕਾਰੀਆਂ ਨੂੰ ਪਰਮਿਸ਼ਨ ਦੇ ਦਿੱਤੀ ਅੰਮ੍ਰਿਤਸਰ। ਉਸ ਤੋਂ ਪਹਿਲੇ ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਰਿਹਾ, ਉਹਨੇ ਨਹੀਂ ਦਿੱਤੀ। ਸ਼ਾਇਦ ਪੋਲੀਟੀਕਲੀ ਉਹਨਾਂ ਨੂੰ ਪਤਾ ਸੀਗਾ ਕਿ ਇੱਥੇ ਜੇ ਗੜਬੜ ਹੋਈ ਸਾਂਭੀ ਨਹੀਂ ਜਾਣੀ, ਲੇਕਿਨ ਬਾਦਲ ਸਾਹਿਬ ਨੇ ਦਿੱਤੀ। ਔਰ ਗੋਲੀ ਚੱਲਣ ਤੋਂ ਬਾਅਦ ਅੱਜ ਤੱਕ ਇਹ ਵੀ ਕਿਹਾ ਜਾਂਦਾ ਹੈ ਕਿ ਬਾਦਲ ਸਾਹਿਬ ਦੀ ਝੰਡੀ ਵਾਲੀ ਗੱਡੀ DC ਦੀ ਦਿੱਲੀ ਛੱਡ ਕੇ ਗਈ ਬਾਬੇ ਗੁਰਬਚਨੇ ਨੂੰ। ਮੈਂ ਸਮਝਦਾ ਵਾਂ ਕਿ ਉਸ ਵੇਲੇ ਜਥੇਦਾਰ ਸੰਤੋਖ ਸਿੰਘ ਨੇ ਨਿਰੰਕਾਰੀਆਂ ਦੇ ਖਿਲਾਫ ਇੱਕ ਜਿਹਾਦ ਸ਼ੁਰੂ ਕਰ ਦਿੱਤਾ ਸੀਗਾ। ਜਿਹੜੇ ਭਾਈ ਰਣਜੀਤ ਸਿੰਘ ਜਿਹੜੇ ਜਥੇਦਾਰ ਰਹੇ ਆ, ਉਹ ਅਕਾਲ ਤਖਤ ਸਾਹਿਬ ਦੇ ਜੀ, ਔਰ 2 ਨਾਂ ਆਉਂਦੇ ਸੀਗੇ ਉਹਨਾਂ ਨੂੰ ਬਾਬੇ ਦੇ ਕਤਲ ਦੇ ਵਿੱਚ, ਇੱਕ ਭਾਈ ਰਣਜੀਤ ਸਿੰਘ ਦਾ, ਇੱਕ ਕਾਬਲ ਸਿੰਘ ਦਾ। ਕਾਬਲ ਸਿੰਘ ਭਿੰਡਰਾਣੇ ਦੇ ਆਦਮੀ ਸੀਗੇ। ਮੈਂ ਸਮਝਦਾ ਕਿ ਇਹ ਉਸ ਵੇਲੇ ਐਸੇ ਹਾਲਾਤ ਬਣ ਗਏ ਸੀਗੇ ਕਿ ਇਸ ਤੋਂ ਇਲਾਵਾ ਕੋਈ ਰਸਤਾ ਹੀ ਨਹੀਂ ਰਹਿ ਗਿਆ ਸੀ। ਮੈਨੂੰ ਯਾਦ ਹੈ ਜਦੋਂ 80 ਚੰਦਰਾ ਦੀ ਸਰਕਾਰ ਆਂਦੀ ਦੁਬਾਰਾ, ਤੇ ਸੰਜੇ ਗਾਂਧੀ ਜਥੇਦਾਰ ਜੀ ਨੂੰ ਕਹਿੰਦਾ ਕਿ ਜਥੇਦਾਰ ਜੀ ਇੱਕ ਮਿਹਰਬਾਨੀ ਕਰੇ, ਨਿਰੰਕਾਰੀਓ ਸੇ ਸਮਝੌਤਾ ਕਰ ਲੈ। ਤੇ ਜਥੇਦਾਰ ਜੀ ਕਹਿੰਦੇ, ਸੰਜੇ ਅੱਧੇ ਮਿੰਟ ਦੀ ਗੱਲ ਹੈ, ਜਿੱਦਣ ਇਹਨੂੰ ਗੋਲੀ ਮਾਰ ਲਾਂਗੇ ਉਦੋਂ ਸਮਝੌਤਾ ਕਰ ਲਾਂਗੇ। ਇਹ ਗੱਲ ਕਹੀ ਸੰਜੇ ਗਾਂਧੀ ਨੂੰ, ਔਰ ਵਿਦਿਨ 15 ਡੇਜ਼ ਉਹਨੂੰ ਗੋਲੀ ਵੱਜ ਜਾਂਦੀ ਹੈ। ਉਹਦੇ ਬਾਅਦ ਸੰਜੇ ਗਾਂਧੀ ਕਿਸੇ ਸਮਾਗਮ 'ਚ ਮਿਲਦਾ ਜਥੇਦਾਰ ਜੀ ਨੂੰ ਤੇ ਮੁਸਕਰਾਉਣ ਲੱਗ ਪੈਂਦਾ, ਕਹਿੰਦਾ ਜਥੇਦਾਰ ਜੀ ਆ ਬਾਚ ਨਹੀਂ ਆਏ। ਕਹਿੰਦੇ ਸੰਜੇ, ਤਾਂ ਮਤਲਬ ਜਥੇਦਾਰ ਜੀ ਇੰਨੀ ਜੁਰਤ ਕਰਦੇ ਸੀ ਕਿ ਗਾਂਧੀ ਫੈਮਿਲੀ ਦੇ ਅੱਗੇ ਹੋ ਕੇ ਪੰਥ ਦੀ ਗੱਲ ਉਹ ਕਹਿ ਸਕਦੇ? ਕਿਉਂਕਿ ਇਹ ਪਰਸੈਪਸ਼ਨ ਬਣੀ ਨਾ, ਉਹ ਤਾਂ ਜੋ ਇੰਦਰਾ ਗਾਂਧੀ ਕਹਿੰਦੀ ਸੀ ਉਵੇਂ ਕਰਦੇ ਸੀ। ਮੈਂ ਕਹਿੰਦਾ ਮੈਂ ਜਿਹੜੀਆਂ ਗੱਲਾਂ ਤੁਹਾਨੂੰ ਦੱਸਦਾ ਪਿਆ ਵਾਂ ਕਿ ਸੰਜੇ ਗਾਂਧੀ ਤੁਹਾਨੂੰ ਪਤਾ ਕਿੱਡਾ ਜ਼ਾਲਮ ਪੋਲੀਟੀਸ਼ੀਅਨ ਸੀਗਾ। ਉਸ ਨੂੰ ਇਹ ਕਹਿ ਦੇਣਾ ਕਿ ਜਦ ਤੱਕ ਇਹਨਾਂ ਨੂੰ ਨਹੀਂ ਮਾਰਦੇ। ਉਹਦਾ ਕਾਰਨ ਹੈ, ਜਦੋਂ ਇੰਦਰਾ ਗਾਂਧੀ 77 ਤੋਂ ਲੈ ਕੇ 1980 ਤੱਕ ਸੜਕਾਂ ਤੇ ਰਹੀ ਨਾ, ਉਹਦੇ ਬੂਹੇ ਅੱਗੋਂ ਉਹ ਇੱਕ ਸਫਦਰਜੰਗ ਰੋਡ ਤੋਂ ਉੱਠ ਕੇ 12 ਨੰਬਰ ਰੇਸਕੋਰਸ ਰੋਡ 'ਚ ਆ ਗਈ ਸੀ। ਉਹਦੇ ਬੂਹੇ ਦੇ ਅੱਗੋਂ ਕੋਈ ਨਹੀਂ ਲੰਘਦਾ ਸੀ, ਲੇਕਿਨ ਜਥੇਦਾਰ ਜੀ ਉਹਦੇ ਨਾਲ ਖਲੋਏ ਔਰ ਜਥੇਦਾਰ ਜੀ ਨੇ ਚਿਕਮਗਲੂਰ ਇਲੈਕਸ਼ਨ ਲੜੀ, ਤਦ ਮਦਦ ਕੀਤੀ। ਸੰਜੇ ਨੂੰ ਇਹ ਪਤਾ ਸੀਗਾ। ਔਰ ਇਸ ਕਰਕੇ ਹੁਣ ਮੈਂ ਜਿੱਥੋਂ ਗੱਲ ਸ਼ੁਰੂ ਕੀਤੀ ਕਿ ਜਿਹੜਾ ਲੀਡਰ ਸਰਕਾਰ ਦੇ ਕੋਲ ਗਿਆ, ਦੇਖੋ ਜਿਹੜੀ ਸੱਤਾ ਹੈ ਉਹਦਾ ਇੱਕ ਆਪਣਾ ਏਜੰਡਾ ਹੈ, ਜਿਹੜਾ ਲੀਡਰ ਹੈ ਉਹਦਾ ਇੱਕ ਆਪਣਾ ਏਜੰਡਾ। ਉਸ ਲੀਡਰ ਦਾ ਪੰਥਕ ਏਜੰਡਾ ਹੈ ਕਿ ਉਹਦਾ ਪਰਸਨਲ ਕੋਟੇ, ਪਰਮਿਟ, ਲਾਇਸੈਂਸ, ਰਾਜ ਸਭਾ, ਗੋਲਰੀਆਂ ਲੈਣੀਆਂ। ਜਥੇਦਾਰ ਸੰਤੋਖ ਸਿੰਘ ਦਾ ਹਮੇਸ਼ਾ ਏਜੰਡਾ ਪੰਥਕ ਰਿਹਾ। ਜਿਹੜਾ ਇਹ ਕਹਿ ਸਕਦੇ ਸੀਗੇ ਕਿ ਤੁਸੀਂ ਇਹ ਛੱਡੋ, ਜਿਹੜੀ ਕਰਬਾਈਨ ਕੱਢੀ
ਨਿਰੰਕਾਰੀ ਮਰਡਰ ਕੇਸ 'ਚ 1 ਕਾਰਬਾਈਨ ਜਿਹੜੀ ਸੀ ਜਿਹਦੇ ਨਾਲ ਮਾਰਿਆ ਗਿਆ, ਉਹ ਤੇ ਰਿਕਾਰਡ ਤੇ ਹੈ ਕਿ ਨਹੀਂ ਹੈ, ਜੋ ਮੈਨੂੰ ਮੇਰੇ ਆਪਣੇ ਪਿਤਾ ਤੋਂ ਪਤਾ ਲੱਗਾ, ਉਹ ਤੇ ਸਮੁੰਦਰ 'ਚ ਕੱਟ ਕੇ ਸੁੱਟਤੀ ਸੀ। ਜਿਹੜੀ ਗੱਡੀ ਵੇਟ ਕਰ ਰਹੀ ਸੀ ਕਿ ਜਿੱਥੋਂ ਭਾਈ ਰਣਜੀਤ ਸਿੰਘ ਹੋਰਾਂ ਨੇ ਜਾਂ ਕਾਬਲ ਸਿੰਘ ਨੇ ਵਾਪਸ ਆਣਾ ਉੱਥੋਂ ਦੀ ਵਾਰਦਾਤ ਹੋਣ ਤੋਂ ਬਾਅਦ, ਉਹ ਗੱਡੀ ਵੱਲ ਨਹੀਂ ਆਏ, ਉਹ ਆਪਣੇ ਆਪ ਹੀ ਨਿਕਲ ਗਏ ਬੁਰਾੜੀ ਤੋਂ ਹੁੰਦੇ ਹੋਏ, ਅਖੀਰ ਕਿਤੇ ਪਹੁੰਚ ਗਏ, ਫਰਾਰੀ 'ਚ ਰਹੇ 4 ਸਾਲ। ਉਹ ਕਾਰਬਾਈਨ ਜਮਨਾ ਸੁੱਟੀ ਗਈ ਸੀ, ਗੋਤੇਖੋਰਾਂ ਨੇ ਉਹ ਜਮਨਾ 'ਚੋਂ ਕੱਢ ਲਈ, ਮਿਲਟਰੀ ਦੇ ਗੋਤੇਖੋਰਾਂ ਨੇ। CBI ਦੇ ਚੀਫ ਨੇ ਬੜਾ ਜ਼ੋਰ ਲਾਇਆ ਕਿ ਜਥੇਦਾਰ ਸੰਤੋਖ ਸਿੰਘ ਨੂੰ ਮੈਂ ਇੰਟਰੋਗੇਟ ਕਰਾਂ ਤੇ ਨਿਰੰਕਾਰੀ ਕੇਸ ਮਰਡਰ ਦਾ ਸਾਰਾ ਖੁੱਲ ਜਾਏਗਾ। ਲੇਕਿਨ ਕਿਸਮਤ ਅੱਛੀ ਸੀਗੀ ਕਿ ਉਸ ਵੇਲੇ ਇੰਦਰਾ ਗਾਂਧੀ ਦਾ ਰਾਜ ਆ ਚੁੱਕਾ ਸੀਗਾ। CBI ਜਥੇਦਾਰ ਜੀ ਦੇ ਉੱਤੇ ਕਿਸੇ ਕਿਸਮ ਦਾ ਪ੍ਰੈਸ਼ਰ ਨਹੀਂ ਬਣਾ ਸਕੀ। ਅਗਲੀ ਗੱਲ, ਸਾਰੀ ਪਲੈਨਿੰਗ ਜਥੇਦਾਰ ਜੀ ਨੂੰ ਪਤਾ ਸੀ ਪਹਿਲਾਂ ਤੋਂ? 100% ਉਹਨਾਂ ਨੂੰ ਪਤਾ ਸੀਗਾ ਔਰ ਸੰਤਾਂ ਨੂੰ ਪਤਾ ਸੀ। ਔਰ ਮੈਂ ਸਮਝਦਾ ਕਿ ਭਾਈ ਰਣਜੀਤ ਸਿੰਘ ਦਾ ਰੋਲ, ਜਥੇਦਾਰ ਰਣਜੀਤ ਸਿੰਘ ਨਾਲ ਮੇਰਾ ਇੰਟਰਵਿਊ ਤਵਾਰੀਖ ਦੇ ਵਿੱਚ ਹੀ ਹੋਇਆ, ਉਹਨਾਂ ਨੇ ਕਿਹਾ ਕਿ ਮੇਰੀ ਸੰਤਾਂ ਦੇ ਨਾਲ ਇਸ ਬਾਰੇ ਕਦੇ ਕੋਈ ਗੱਲਬਾਤ ਨਹੀਂ ਹੋਈ ਸੀ। ਉਹਨਾਂ ਦੀ ਕੋਈ ਮੁਲਾਕਾਤ ਹੋਈ ਹੋਵੇ ਨਾ ਹੋਈ ਹੋਵੇ, ਮੈਂ ਨਹੀਂ ਉਸ ਤੇ ਕਹਿੰਦਾ, ਕਿਉਂਕਿ ਇਹ ਵੀ ਕਿਹਾ ਜਾਂਦਾ ਸੀਗਾ ਕਿ ਸੋਨੇ ਨਾਲ ਤੋਲ ਦਿਆਂਗੇ, ਐਸੀਆਂ ਗੱਲਾਂ ਹੁੰਦੀਆਂ ਸੀ। ਉਹਨਾਂ ਨੇ ਕਿਹਾ ਐਸਾ ਕੁਝ ਨਹੀਂ ਹੋਇਆ ਕਦੇ। ਸੰਤਾਂ ਦੀ ਤੇ ਭਾਈ ਰਣਜੀਤ ਸਿੰਘ ਦੀ ਆਪਸ ਵਿੱਚ ਕਨਫਲਿਕਟ ਹੋ ਗਿਆ ਸੀ ਬੜਾ ਵੱਡਾ ਇਸ ਕੰਮ ਤੋਂ ਬਾਅਦ, ਕਿਉਂਕਿ ਜਿਹੜੀ ਗੱਲਾਂ ਤੁਸੀਂ ਸੋਨੇ ਦੇ ਤੋਲਣ ਦੀ ਗੱਲ ਕਰਦੇ ਹੋ ਜਾਂ ਹੋਰ ਗੱਲਾਂ ਕਰਦੇ ਸੀ, ਬੜੀਆਂ ਗੱਲਾਂ ਹੋਈਆਂ। ਲੇਕਿਨ ਇਹ ਵੀ ਪੁੱਛ ਲਓ, ਭਾਈ ਰਣਜੀਤ ਸਿੰਘ ਤਾਂ ਅੱਜ ਬੈਠੇ ਆ ਕਿ ਜਿਸ ਦਿਨ ਉਹ ਮਰਡਰ ਹੁੰਦਾ, ਜਥੇਦਾਰ ਜੀ ਸਭ ਤੋਂ ਵੱਡਾ ਵਕੀਲ ਬਾਵਾ ਵਕੀਲ PS ਬਾਵਾ ਸੀ ਸ਼ਾਇਦ ਉਹਦਾ ਨਾਮ, ਕ੍ਰਿਮੀਨਲ ਵਕੀਲ ਨੂੰ ਲੱਖ ਰੁਪਇਆ ਫੀਸ ਦਿੰਦੇ ਨੇ ਕਿ ਜਿਹੜਿਆਂ ਦੇ, ਕਿਉਂਕਿ ਭਾਈ ਸਾਹਿਬ ਤੇ ਫਰਾਰੀ ਚਲੇ ਗਏ ਸੀਗੇ, ਲੇਕਿਨ ਜਿਹੜੇ ਦੂਜੇ ਬੰਦੇ ਫੜੇ ਗਏ, ਗਿਆਨ ਸਿੰਘ ਤਤਲੇ ਸੀਗਾ, ਗੱਤਕਾ ਮਾਸਟਰ ਸੀਗਾ, ਗੁਰਚਰਨ ਸਿੰਘ ਗੱਤਕਾ ਮਾਸਟਰ ਸੀ, ਹੋਰ ਬੰਦੇ ਜਿਹੜੇ ਫੜੇ ਗਏ ਸੀਗੇ, ਉਹਨਾਂ ਦੇ ਘਰਾਂ ਦਾ ਖਰਚੇ ਤੋਂ ਲੈ ਕੇ ਉਹਨਾਂ ਨੂੰ ਲੀਗਲ ਏਡ ਤੱਕ ਸਾਰੀ ਜਥੇਦਾਰ ਸੰਤੋਖ ਸਿੰਘ ਨੇ ਪ੍ਰੋਵਾਈਡ ਕੀਤੀ। ਸੋ ਇਹ ਤੇ ਔਨ ਰਿਕਾਰਡ ਹੈ। ਪਲੈਨਿੰਗ ਦਾ ਵੀ ਹਿੱਸਾ ਸੀਗੇ? ਮੈਂ ਨਹੀਂ ਕਹਿ ਸਕਦਾ, ਕਿਉਂਕਿ ਮੈਂ ਜਦੋਂ ਆਪਣੇ ਪਿਤਾ ਨਾਲ ਗੱਲ ਕਰਦਾ ਹੁੰਦਾ ਸੀਗਾ ਇਸ ਬਾਰੇ ਤੇ ਮੈਨੂੰ ਝਾੜ ਦਿੰਦੇ ਸੀ। ਮੇਰੀ ਉਮਰ ਉਸ ਵੇਲੇ 1980 ਚ 20 ਸਾਲ ਦੀ ਸੀਗੀ। ਕਹਿੰਦੇ ਆਪਣੇ ਕੰਮ ਨਾਲ ਮਤਲਬ ਰੱਖਿਆ ਕਿਉਂ, ਕਿਉਂਕਿ ਮੈਨੂੰ ਨਾ ਇੱਕ ਏਡੀ ਚਾਹ ਸੀ ਕਿ ਮੈਂ ਭਾਈ ਰਣਜੀਤ ਸਿੰਘ ਨੂੰ ਦੇਖਣਾ ਚਾਹੁੰਦਾ ਤੇ ਜਥੇਦਾਰ ਜੀ ਕਹਿੰਦੇ ਆਪਣੇ ਕੰਮ ਨਾਲ ਮਤਲਬ ਰੱਖਿਆ ਕਰ। ਤੁਹਾਡੇ ਸਾਹਮਣੇ, ਕਿਉਂਕਿ ਭਾਈ ਰਣਜੀਤ ਸਿੰਘ ਦਿੱਲੀ ਤੋਂ ਸੀਗੇ, ਜਥੇਦਾਰ ਜੀ ਨਾਲ ਮੁਲਾਕਾਤਾਂ ਹੁੰਦੀਆਂ ਸੀ? 100% ਜੀ। ਸਾਡੇ ਨਾਲ ਪ੍ਰੋਗਰਾਮਾਂ 'ਚ, ਅਕਾਲੀ ਦਲ ਦੇ ਪ੍ਰੋਗਰਾਮਾਂ ਦੇ ਵਿੱਚ ਭਾਈ ਸਾਹਿਬ ਸਾਡੇ ਨਾਲ ਹੁੰਦੇ ਸੀ ਕਿ ਮੇਰੀ ਉਮਰ ਉਦੋਂ ਛੋਟੀ ਸੀਗੀ, ਭਾਈ ਸਾਹਿਬ ਥੋੜੇ ਕੁ ਮੇਰੇ ਤੋਂ ਵੱਡੇ ਸੀਗੇ। ਸੋ ਇਸ ਕਰਕੇ ਸਾਡੇ ਨਾਲ ਉਹਨਾਂ ਦੀ ਰਾਬਤਾ ਬਹੁਤ ਅੱਛਾ ਸੀਗਾ ਜਥੇਦਾਰ ਜੀ। ਪਰ ਮੈਂ ਜਿੱਥੋਂ ਸ਼ੁਰੂਆਤ ਕੀਤੀ ਸੀ ਉਹ ਮਰਡਰ ਵਾਲੇ ਦਿਨ ਤੇ ਆਉਣਾ ਚਾਹੁੰਦਾ। ਬਾਕੀ ਗੱਲਾਂ ਬਹੁਤ ਅਹਿਮ ਨੇ, ਪਰ ਉਸ ਦਿਨ ਕੀ ਹੋਇਆ, ਤੁਸੀਂ ਕਿੱਥੇ ਸੀਗੇ ਔਰ ਇਹ ਵਾਰਦਾਤ ਘਟਨਾ ਕਿਵੇਂ ਵਾਪਰਦੀ ਹੈ? ਦੇਖੋ, ਜੇ ਤਾਂ ਤੁਸੀਂ ਉਹਦੇ ਪਿਛੋਕੜ 'ਚ ਜਾਣਾ ਚਾਹੁੰਦੇ ਹੋ, ਜਿਸ ਦਿਨ ਜਥੇਦਾਰ ਜੀ ਲੈਕਚਰ ਦਿੰਦੇ ਨੇ 20 ਸਤੰਬਰ 1981 ਨੂੰ, ਜਿਸ ਦਿਨ ਸੰਤ ਭਿੰਡਰਾਂ ਨੇ ਗ੍ਰਿਫਤਾਰ ਹੁੰਦੇ ਆ ਉਸ ਸਟੇਜ ਤੋਂ, ਉਹ 3 ਮਿੰਟ ਦਾ ਲੈਕਚਰ ਹੈ। ਮੇਰੇ ਕੋਲ ਰਿਕਾਰਡਿੰਗ ਉਹ ਮਿਸ ਹੋ ਗਈ, ਮੈਨੂੰ ਬਾਬਾ ਜਸਬੀਰ ਸਿੰਘ ਰੋਡੇ ਹੋਰਾਂ ਨੇ ਦਿੱਤੀ ਸੀਗੀ, ਹੁਣ ਮੇਰੇ ਕੋਲ ਹੈ ਨਹੀਂ, ਉਹਨਾਂ ਨੂੰ ਵੀ ਨਹੀਂ ਲੱਭਦੀ ਪਈ। ਉਹ ਲੈਕਚਰ ਬਹੁਤ ਹੀ ਤਿੱਖਾ ਸੀਗਾ। ਉਸ ਲੈਕਚਰ ਦੇ ਵਿੱਚ ਜਥੇਦਾਰ ਜੀ ਨੇ ਸਿੱਧੇ ਰੂਪ 'ਚ ਕਿਹਾ ਸੀਗਾ ਕਿ ਮੈਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦਾ ਕਿ ਜੇ ਸੰਤ ਜਰਨੈਲ ਸਿੰਘ ਨੂੰ ਹੱਥ ਪਾਇਆ, ਸੰਤ ਜਰਨੈਲ ਸਿੰਘ ਖਾਲਸਾ ਜਿਹੜਾ ਇਹ ਕੌਮ ਦਾ ਜਿਗਰ ਹੈ, ਔਰ ਜੇ ਤੁਸੀਂ ਇਹਨੂੰ ਹੱਥ ਪਾਇਆ ਤੇ ਇਹ ਜਵਾਲਾਮੁਖੀ ਬਣ ਕੇ ਕੌਮ ਫਟੇਗੀ ਔਰ ਇਹਦੇ ਲਾਵੇ 'ਚ ਮੁਲਕ ਭਸਮ ਹੋ ਜਾਏਗਾ। ਹੁਣ ਇਸ ਤੋਂ ਵੱਡਾ ਕੀ ਤੁਸੀਂ ਗੱਲ ਕਰ ਸਕਦੇ ਹੋ ਕਿ ਇਹ ਮੁਲਕ ਨੂੰ ਭਸਮ ਕਰਨ ਦੀ ਗੱਲ ਹੋਈ ਸੀਗੀ। ਜਦੋਂ ਇਹ ਲੈਕਚਰ ਦਿੱਤਾ ਗਿਆ, ਉਹਦੇ ਬਾਅਦ ਫਿਰ ਸਾਰਿਆਂ ਨੂੰ ਪਤਾ ਹੈ ਕਿ ਜਥੇਦਾਰ ਜੀ ਜਦੋਂ ਗ੍ਰਿਫਤਾਰ ਹੋਏ, ਸੰਤਾਂ ਦੀ ਗੱਡੀ ਅੱਗੇ ਲੇਟ ਗਏ, ਸੰਤ ਉਤਰੇ, ਉਹਨਾਂ ਨੇ ਜੱਫੀ 'ਚ ਲੈ ਲਿਆ ਜਥੇਦਾਰ ਜੀ ਨੂੰ ਕਿ ਸੰਤ ਮੈਨੂੰ ਜਥੇਦਾਰ ਜੀ ਜਾਣ ਦਿਓ, ਚਿੰਤਾ ਨਾ ਕਰੋ। ਐਨੀਵੇ, ਇਹ ਲੈਕਚਰ ਜਿਹੜਾ ਹੈ, ਇਹ ਗਿਆਨੀ ਜ਼ੈਲ ਸਿੰਘ ਨੇ, ਹੋਮ ਮਿਨਿਸਟਰ ਨੇ, ਇਹ ਸਾਰਿਆਂ ਨੇ इंदिरा गांधी ਨੂੰ ਦੱਸਿਆ कि अगर संतोख सिंह वहाँ पे नहीं बोलते तो शायद वहाँ पे जो 20-22 लड़के मरे हैं पुलिस गोली से, या वहाँ पे जो वायलेंस हुई है वो नहीं होती। और ये संतोख सिंह जो है ये भिंडरा वाले की तरफ जा चुका है। ये ਉਹਨਾਂ ਦੇ ਲਬਲਬਾ ਹੋਏਗਾ। ਮੈਂ ਅੱਜ ਅਜ਼ੰਪਸ਼ਨ 'ਚ ਕਹਿਣਾ ਪਿਆ ਵਾਂ। ਇਸ ਗੱਲ ਨੂੰ ਸੁਣ ਕੇ ਇੰਦਰਾ ਗਾਂਧੀ ਨੇ ਮੈਸੇਜ ਭੇਜਿਆ ਕਿ ਜਥੇਦਾਰ ਜੀ ਮੈਨੂੰ ਮਿਲਣ ਆਓ। ਔਰ ਜਿਹੜੀ 1-to-1 ਗੱਲ ਹੈ ਜਥੇਦਾਰ ਜੀ ਔਰ ਇੰਦਰਾ ਗਾਂਧੀ ਦੀ, ਇੰਦਰਾ ਗਾਂਧੀ ਨੇ ਆਖਿਆ, ਕਿਉਂਕਿ ਇੰਦਰਾ ਗਾਂਧੀ ਜਥੇਦਾਰ ਜੀ ਤੋਂ ਦਬਦੀ ਵੀ ਬੜੀ ਸੀਗੀ, ਕਿਉਂਕਿ ਉਹਨੂੰ ਪਤਾ ਕਿ ਜਦੋਂ ਉਹਨੂੰ ਕੋਈ ਨਹੀਂ ਪੁੱਛਦਾ ਸੀਗਾ 3 ਸਾਲ, ਉਦੋਂ ਜਥੇਦਾਰ ਸੰਤੋਖ ਸਿੰਘ ਉਹਦੇ ਨਾਲ ਖਲੋਇਆ 77 ਤੋਂ ਲੈ ਕੇ 80 ਤੱਕ। ਔਰ ਇਹ ਗੱਲ ਵੀ ਠੀਕ ਹੈ ਕਿ 78 'ਚ ਤੁਸੀਂ ਜਿਹੜੀ ਗੱਲ ਸ਼ੁਰੂ ਕੀਤੀ ਹੈ ਕਿ ਮੁਰਾਰਜੀ ਦੇਸਾਈ ਨੇ ਅਲਾਓ ਕੀਤਾ ਬਾਦਲ ਸਰਕਾਰ ਦੇ ਵਿੱਚ ਸੁਰਜੀਤ ਸਿੰਘ ਬਰਨਾਲਾ, ਧੰਨਾ ਸਿੰਘ ਗੁਲਸ਼ਨ,
ਸੈਂਟਰ 'ਚ ਵਜ਼ੀਰ ਸੀ ਬਾਦਲ ਸਾਹਿਬ, ਪਹਿਲੇ ਇੱਥੇ ਸੈਂਟਰ 'ਚ ਵਜ਼ੀਰ ਰਹੇ, ਫਿਰ ਉਹ ਚੀਫ ਮਿਨਿਸਟਰ ਪੰਜਾਬ ਬਣ ਗਏ। ਉੱਥੇ इंदिरा गांधी ने आख्या कि जत्थेदार जी मेरे को जो सारी रिपोर्ट मिली है कि आपकी वजह से सारा कुछ हुआ। उन्हें कहा बीबी एक गल सुन लै कि जे जत्थेदार संतोख सिंह ने लीडरी करनी है तो उन्हें कभी तेरे कोलों कोई अपना पर्सनल मुफाद नहीं लिया। मैं सिखां की गल करांगा, कौम की गल करांगा, पंथ की गल करांगा, और जे मैं पंथ की गल करांगा तो कौम मेरे पिछे खड़ी होएगी, तो जे मैं पंथ की गल नहीं करांगा तो मैं कौम मेरे पिछे नहीं खड़ी होएगी। जिद्दां संजय गांधी नूं आखता सी कि संजय जिद्दण इहनूं गोली मार लांगे उदण समझौता कर लांगे, ये गल कोई कह सकदा सी संजय गांधी नूं? एनीवे उत्थों दी आपस च फ्रिक्शन शुरू हो गई। ਗਿਆਨੀ ਜ਼ੈਲ ਸਿੰਘ ਨੂੰ ਇਹ ਰੜਕ ਸੀ ਜਥੇਦਾਰ ਸੰਤੋਖ ਸਿੰਘ ਨਾਲ ਕਿ ਗਿਆਨੀ ਜੀ ਦਰਬਾਰਾ ਸਿੰਘ ਨੂੰ ਮੁੱਖ ਮੰਤਰੀ ਨਹੀਂ ਬਣਨ ਦੇਣਾ ਚਾਹੁੰਦੇ ਸੀ। ਜਦੋਂ ਪੰਜਾਬ 'ਚ ਸਰਕਾਰ ਜਿੱਤੀ 80 ਤੋਂ ਬਾਅਦ, ਤੇ ਜਥੇਦਾਰ ਜੀ ਇੰਦਰਾ ਕੋਲ ਜਾਂਦੇ ਨੇ, ਦੁਪਹਿਰੇ ਲੰਚ ਕਰ ਰਹੀ ਡਾਈਨਿੰਗ ਟੇਬਲ ਤੇ ਸਿੱਧਾ ਉਹਨਾਂ ਨੂੰ ਕਿਸੇ ਤੋਂ ਅਪਾਇੰਟਮੈਂਟ ਲੈਣ ਦੀ ਲੋੜ ਨਹੀਂ ਹੁੰਦੀ ਸੀ। ਉਹਨਾਂ ਕਿਹਾ ਬੀਬੀ ਕੀ ਸੋਚਿਆ ਪੰਜਾਬ ਦਾ ਤੂੰ ਮੁੱਖ ਮੰਤਰੀ? ਉਹ ਕਿਸੇ ਹਿੰਦੂ ਜੈਂਟਲਮੈਨ ਦਾ ਨਾਮ ਕੋ ਗਿਆਨੀ ਜੀ ਪ੍ਰਮੋਟ ਕਰ ਰਹੇ ਸਨ। ਉਹਨਾਂ ਕਿਹਾ ਜੇ ਪੰਜਾਬ 'ਚ ਲਾਣਾ ਹੈ तो ਤੈਨੂੰ ਸਿੱਖ ਲਾਣਾ ਪਊਗਾ। और कहती हमारे पास सिख कौन है जो इतने इस कैलिबर का हो? तो जथेदार जी ने आख्या दरबारा सिंह कांग्रेसी है पंडित नेहरू के वक्त का। इंदिरा ने इमीडिएटली संजय को बुलाया टेबल पर कि जथेदार जी की राय है। संजय ने भी आख्या मैं तुहानूं फोटो दिखावांगा साहब दरबारा सिंह की मेरे घर बैठिया की जिस दिन उन्होंने ओके हुंदा। संजय कहता बात तो ठीक है। ਗਿਆਨੀ ਨੂੰ ਉੱਥੋਂ ज़्यादा रड़क हो गई कि बई ये संतोख सिंह ਨੂੰ इंदिरा गांधी पुछदी है सिखां दे मसले ते पंजाब दे मसले ते मैं चीफ मिनिस्टर रहा, मैं अज होम मिनिस्टर हाँ मौजूदा, मैनू नहीं पुछया जाता। तो फिर जथेदार जी की जिदन इलैक्शन आई है दिल्ली गुरुद्वारा कमेटी की जून 80 दे विच, जून 81 दे विच, ਗਿਆਨੀ ने एज ए होम मिनिस्टर पूरा जोर लाया कि जथेदार संतोख सिंह हरवा देवां ताकि इसनूं पोलिटिकली मैं डैमेज करा, इंदिरा दे अगे इहदा मैं लैवल थल्ले करा, लेकिन नहीं कर सके। अल्टीमेटली इस रिफ्ट दे विच फायदा चुकिया गया। 21 ਦਸੰਬਰ 1981 ਨੂੰ ਜਥੇਦਾਰ ਜੀ ਦਾ ਮਰਡਰ ਹੁੰਦਾ ਹੈ। ਮਰਡਰ ਹੁੰਦਾ ਹੈ ਖਿਆਲਾ ਵਿਸ਼ਨੂੰ ਗਾਰਡਨ ਜਗ੍ਹਾ ਹੈਗੀ ਹੈ ਦਿੱਲੀ ਦੀ, ਵੈਸਟ ਦਿੱਲੀ, ਜਿੱਥੇ ਸਿੱਖਾਂ ਦਾ ਗੜ੍ਹ ਹੈ। ਗੁਰਦੁਆਰੇ ਚੋਂ ਨਿਕਲ ਰਹੇ ਸਨ। ਸੋਹਣ ਸਿੰਘ ਸੰਧੂ ਇੱਕ ਸਾਡਾ ਮੈਂਬਰ ਸੀ ਆਪਣਾ ਹੀ, ਉਹ ਮੈਂਬਰ ਅੱਗੇ ਆ ਕੇ ਗੱਡੀ ਲਾਂਦਾ। ਉਹਦੀ ਜਥੇਦਾਰ ਜੀ ਨਾਲ ਕਿਸੇ ਗੱਲ ਤੇ ਰਿਫਟ ਸੀ ਕਿ ਮੇਰੇ ਇਲਾਕੇ 'ਚ ਮੇਰੇ ਤੋਂ ਬਗੈਰ ਕਿੱਦਾਂ ਆ ਗਏ। ਮੈਂ ਸਟੋਰੀ ਸ਼ਾਰਟ ਕਰਨੀ ਚਾਹਾਂ ਤੇ ਉਹ ਗੋਲੀ ਮਾਰਦਾ, 3 ਗੋਲੀਆਂ ਮਾਰਦਾ। ਸਾਡਾ ਗਨਮੈਨ ਗੱਡੀ 'ਚ ਬੈਠਾ ਹੈ। एक गनमैन होर हफ्ता पहले उस गनमैन ने रखाया सीगा। 2 गनमैन बैठे ने, गोली मार दिंदा, 3 गोलियां वजदियां जथेदार जी नूं। गनमैन भी गोली मारदा? एक ना, सिर्फ संधू गोली मारदा। हुण उत्थों दी वारदात जो साडे कोल जो रिकॉर्ड ते आई है, जदों संधू भजदा ते जिहड़ा साडा गनमैन सीगा ਉਹ ਭੱਜੇ ਜਾਂਦੇ ਨੂੰ ਰਾਈਫਲ ਨਾਲ ਗੋਲੀ ਮਾਰਦਾ, ਉਹਨੂੰ ਲੱਤ ਤੇ ਵੱਜਦੀ, ਉਹ ਆਪਣੀ ਗੱਡੀ ਥੱਲੇ ਵੜਨ ਲੱਗਦਾ, ਘਸੀਟ ਕੇ ਉਹਦੀ ਕਨਪਟੀ ਤੇ ਰੱਖ ਕੇ ਉਸ ਨੂੰ ਮਾਰ ਦਿੰਦਾ। ਮੌਕੇ ਤੇ ਮਰ ਜਾਂਦਾ। ਮੌਕੇ ਤੇ ਮਰ ਜਾਂਦਾ। ਤੇ ਜਥੇਦਾਰ ਜੀ ਨੂੰ ਹੁਣ ਜਿੱਥੇ ਗੋਲੀ ਲੱਗੀ ਹੈ ਉਹਦੇ ਨੇੜੇ 10 ਮਿੰਟ ਦੂਰ ESI ਹਸਪੀਟਲ ਹੈ। ਜਿਹੜੇ ਇਹ ਕੜੀਆਂ ਹੁਣ ਮੈਂ ਜੋੜਨ ਲੱਗਾ, ਇਹ ਅੱਜ ਤੱਕ ਕਿਸੇ ਨੂੰ ਨਹੀਂ ਪਤਾ ਹੋਣਗੀਆਂ। ਮੈਂ ਸਮਝਦਾ ਰਿਕਾਰਡ ਤੇ ਲਿਆਣੀ ਬੜੀ ਜ਼ਰੂਰੀ ਹੈ। ਉਹ ਜਥੇਦਾਰ ਜੀ ਦੀ ਜਿਹੜੀ ਡੈਥ ਆ ਗੱਡੀ 'ਚ ਹੀ ਹੋ ਜਾਂਦੀ ਆ। ਕਿਉਂ? ਕਿਉਂਕਿ ਉਹਨਾਂ ਨੂੰ ਹਸਪੀਟਲ ਨਹੀਂ ਲਿਜਾਇਆ ਜਾਂਦਾ। ਉੱਥੋਂ ਤਕਰੀਬਨ 50 ਮਿੰਟ ਦੂਰ ਗਿਆਨੀ ਜ਼ੈਲ ਸਿੰਘ ਦਾ ਘਰ ਹੈ। ਸਾਡਾ ਗਨਮੈਨ ਉਸ ਨੂੰ ਗਿਆਨੀ ਜ਼ੈਲ ਸਿੰਘ ਦੇ ਘਰ ਹੋਮ ਮਿਨਿਸਟਰ ਦੇ ਲੈ ਕੇ ਜਾਂਦਾ, ਜਿੱਥੇ ਅੱਜ ਪ੍ਰਾਈਮ ਮਿਨਿਸਟਰ ਰਹਿੰਦਾ ਨਾ ਰੇਸ ਕੋਰਸ ਰੋਡ ਤੇ। ਉੱਥੇ ਪਹਿਲੇ 7 ਨੰਬਰ ਕੋਠੀ ਹੋਮ ਮਿਨਿਸਟਰ ਦੀ ਹੁੰਦੀ ਸੀਗੀ। ਨਹੀਂ, ਤੁਸੀਂ ਇੱਕ ਪਾਸੇ ਕਹਿ ਰਹੇ ਹੋ ਕਿ ਉਸੇ ਗਨਮੈਨ ਨੇ ਸੰਧੂ ਨੂੰ ਉੱਥੇ ਹੀ ਮਾਰਤਾ ਗੋਲੀਆਂ ਮਾਰ ਕੇ, ਔਰ ਉਹੀ ਗਨਮੈਨ ਫਿਰ ਹਸਪੀਟਲ ਲਿਜਾਣ ਦੀ ਬਜਾਏ ਕਿਤੇ ਹੋਰ ਲੈ ਜਾਂਦਾ। ਗਿਆਨੀ ਜ਼ੈਲ ਸਿੰਘ ਦੇ ਘਰ ਲੈ ਕੇ ਜਾਂਦਾ, ਹੋਰ ਕਿਤੇ ਲੈ ਕੇ ਜਾਂਦਾ। ਗਿਆਨੀ ਜ਼ੈਲ ਸਿੰਘ ਦੇ ਘਰ ਲੈ ਕੇ ਜਾਂਦਾ। ਰਾਤੀ ਉਸ ਵੇਲੇ ਤੱਕ 9 ਵੱਜ ਚੁੱਕੇ ਸੀ ਖੂਨ 'ਚ ਲੱਥਪੱਥ ਜਥੇਦਾਰ ਸੰਤੋਖ ਸਿੰਘ ਦੇ ਗੋਲੀਆਂ ਵੱਜੀਆਂ ਹੋਈਆਂ, 3 ਗੋਲੀਆਂ ਵੱਜੀਆਂ, ਔਰ ਗਨਮੈਨ ਉਹਨਾਂ ਨੂੰ ਉਸ ਵੇਲੇ ਦੇ ਹੋਮ ਮਿਨਿਸਟਰ ਦੇ ਘਰ ਲੈ ਜਾਂਦਾ, ਗਿਆਨੀ ਜ਼ੈਲ ਸਿੰਘ ਦੇ ਘਰ। ਗਿਆਨੀ ਜ਼ੈਲ ਸਿੰਘ ਦੇ ਘਰ। ਗਿਆਨੀ ਜ਼ੈਲ ਸਿੰਘ ਜੋ ਮੈਨੂੰ ਪਤਾ ਲੱਗਾ, ਮੈਂ ਤੇ ਗਵਾਹ ਨਹੀਂ ਆ, ਕਿ ਗਿਆਨੀ ਜ਼ੈਲ ਸਿੰਘ ਔਖੇ ਵੀ ਹੋਏ ਕਿ ਮੇਰੇ ਘਰ ਕਾਹਨੂੰ ਲੈ ਆਇਓ ਸੀ। ਗਿਆਨੀ ਜ਼ੈਲ ਸਿੰਘ ਨੇ ਉਹਨਾਂ ਨੂੰ ਕਿਹਾ ਕਿ ਮੈਡੀਕਲ ਇੰਸਟੀਚਿਊਟ ਚੱਲੋ, ਤੇ ਆਪ ਨਾਲ ਪੱਗ ਬੰਨ੍ਹਦੇ ਰਹੇ। ਔਰ ਇੰਦਰਾ ਗਾਂਧੀ ਨੂੰ ਇਨਫੋਰਮ ਕੀਤਾ ਗਿਆਨੀ ਜ਼ੈਲ ਸਿੰਘ ਨੇ। ਇੰਦਰਾ ਗਾਂਧੀ ਦੇ ਜਿਹੜੇ PA ਸੀ ਧਵਨ, ਉਹ ਮੈਨੂੰ ਬਾਅਦ 'ਚ ਦੱਸਦੇ ਨੇ ਕਿ ਸਿਕਿਉਰਿਟੀ ਜਾ ਚੁੱਕੀ ਸੀ। ਉਸ ਵੇਲੇ ਇੰਦਰਾ ਦੀ ਐਡੀ ਸਿਕਿਉਰਿਟੀ ਨਹੀਂ ਹੁੰਦੀ ਸੀ। ਇੰਦਰਾ ਗਾਂਧੀ ਇਕੱਲੀ ਪਿੱਛੇ ਬੈਠੀ ਐਂਬੈਸਡਰ ਕਾਰ 'ਚ ਧਵਨ ਸਾਹਿਬ ਚਲਾ ਕੇ ਮੈਡੀਕਲ ਇੰਸਟੀਚਿਊਟ ਪਹੁੰਚਦੇ ਨੇ। ਦਿੱਲੀ ਦੇ ਪੁਲਿਸ ਕਮਿਸ਼ਨਰ PS ਭਿੰਡਰ, ਮੌਜੂਦਾ ਪ੍ਰਾਈਮ ਮਿਨਿਸਟਰ, ਇਕੱਲੀ ਵਿਦਆਊਟ ਸਿਕਿਉਰਿਟੀ ਉੱਥੇ ਪਹੁੰਚਦੀ ਹੈ। ਪੁਲਿਸ ਕਮਿਸ਼ਨਰ PS ਭਿੰਡਰ ਸੀਗੇ ਦਿੱਲੀ ਦੇ ਉਸ ਵੇਲੇ ਦੇ।
ਜਦੋਂ ਮੈਂ ਤੇ ਮੇਰਾ ਪਰਿਵਾਰ ਪਹੁੰਚਦਾ ਹਸਪੀਟਲ, ਸਾਨੂੰ ਪਤਾ ਲੱਗਦਾ ਹੈ ਮੇਰੇ ਤੋਂ ਪਹਿਲੇ ਇੰਦਰਾ ਗਾਂਧੀ, ਰਾਜੀਵ ਗਾਂਧੀ, ਗਿਆਨੀ ਜ਼ੈਲ ਸਿੰਘ, ਬੂਟਾ ਸਿੰਘ ਔਰ ਪੁਲਿਸ ਕਮਿਸ਼ਨਰ ਭਿੰਡਰ ਉੱਥੇ ਸਨ। ਔਰ ਭਿੰਡਰ ਸਾਹਿਬ ਨੂੰ ਇੰਦਰਾ ਗਾਂਧੀ ਕਾफ़ी ਬੋਲ ਵੀ ਰਹੇ ਸਨ। ਮੇਰੇ ਆਉਣ ਤੋਂ ਪਹਿਲੇ ਪਤਾ ਲੱਗਾ ਕਿ ਗਿਆਨੀ ਜੀ ਨੇ ਕਿਹਾ ਜੀ ਕਿ ਇਹ ਸਿਕਿਉਰਿਟੀ ਨਹੀਂ ਪ੍ਰੋਵਾਈਡ ਕਰ ਸਕਦੇ, ਜੋ ਵੀ ਗੱਲ ਕੀਤੀ ਉਹਨਾਂ ਨੇ। ਐਨੀਵੇ, ਹੁਣ ਇੱਥੋਂ ਦੀ ਬੜੀਆਂ ਇੰਟਰਸਟਿੰਗ ਵਾਰਦਾਤ ਨੇ ਜਿਹੜੀਆਂ ਅੱਜ ਤੱਕ ਅਸੀਂ ਵੀ ਨਹੀਂ ਸਮਝ ਸਕੇ ਕਿ ਮੈਂ ਇੱਥੇ ਟੋਕਣਾ ਚਾਹੁੰਦਾ, ਵਾਰਦਾਤ ਵਾਪਰਦੀ ਹੈ ਖਿਆਲਾ ਦੇ ਵਿੱਚ, ਵਿਸ਼ਨੂੰ ਗਾਰਡਨ ਦੇ ਵਿੱਚ। ਉੱਥੋਂ ਗੱਡੀ ਜਥੇਦਾਰ ਜੀ ਨੂੰ ਲੈ ਕੇ ਪਹੁੰਚਦੀ ਹੈ ਹੋਮ ਮਿਨਿਸਟਰ ਦਾ ਘਰ। ਇਹ ਕਿੱਥੇ ਸੀਗਾ? ਇਹ ਜਿੱਥੇ ਅੱਜ ਪੀਐਮ ਦਾ ਘਰ ਹੈ। ਪੀਐਮ ਉਹ ਜਿਹੜਾ ਹੈਗਾ ਜਿਸ ਨੂੰ 7 ਰੇਸ ਕੋਰਸ ਤੇ, ਹਾਂ, ਰੇਸ ਕੋਰਸ ਤੋਂ ਫਿਰ ਮੈਡੀਕਲ ਜਿਹੜਾ ਹੁਣ ਏਮਜ਼ ਹੈ ਜਿਹੜਾ ਉਹ ਲਿਜਾਇਆ ਜਾਂਦਾ ਹੈ। ਤਾਂ ਤਕਰੀਬਨ ਜੇ ਉਦੋਂ ਉਸ ਵੇਲੇ ਟ੍ਰੈਫਿਕ ਨਾ ਵੀ ਹੋਵੇ ਤਾਂ 1 ਘੰਟਾ ਘੱਟੋ ਘੱਟ 1.5 ਘੰਟਾ ਲੱਗਦਾ। ਸਾਰੇ ਚੱਕਰ 'ਚ 1.5 ਘੰਟੇ ਦਾ ਵਕਫਾ ਹੈ। ਤਾਂ ਕੀ ਉਦੋਂ ਕੌਨਸ਼ੀਅਸ ਚ ਸੀਗੇ, ਬੋਲ ਰਹੇ ਸੀਗੇ ਜਥੇਦਾਰ? ਨਹੀਂ, ਉੱਥੇ ਬ੍ਰੌਡ ਡੈਡ ਉਹਨਾਂ ਨੇ ਹਸਪੀਟਲ ਨੇ ਰਿਪੋਰਟ ਕੀਤਾ ਔਰ ਇਹ ਕਿਹਾ ਗਿਆ ਕਿ ਉਹਨਾਂ ਨੇ ਰਸਤੇ ਗੋਲੀਆਂ ਲੱਗੀਆਂ ਕਿੱਥੇ? ਛਾਤੀ 'ਚ ਲੱਗੀਆਂ। ਛਾਤੀ 'ਚ ਲੱਗੀਆਂ। ਤੇ ਗੱਡੀ 'ਚ ਬੈਠੇ ਸੀ, ਸ਼ੀਸ਼ੇ ਤੋਂ ਉਹਨੇ ਬਾਰੀ ਥੱਲੇ ਕੀਤੀ ਉਹਨਾਂ ਨੇ ਕਿ ਗੱਲ ਕਰਦੇ ਕਰਦੇ ਉਹਨਾਂ ਨੇ ਪਿਸਤੌਲ ਕੱਢ ਕੇ ਗੋਲੀ ਚਲਾਈ। ਐਨੀਵੇ, ਉਸ ਤੋਂ ਬਾਅਦ 21 ਦਸੰਬਰ ਨੂੰ ਗੋਲੀ ਲੱਗਦੀ ਹੈ। 23 ਦਸੰਬਰ ਨੂੰ ਰਾਤੀ, ਕਿਉਂਕਿ 22 ਨੂੰ ਸੰਸਕਾਰ ਹੋ ਜਾਂਦਾ ਹੈ। 23 ਦਸੰਬਰ ਨੂੰ ਰਾਤੀ ਜਿੱਦਾਂ ਕੀਰਤਨ ਹੁੰਦਾ, ਇੰਦਰਾ ਗਾਂਧੀ ਘਰ ਆਉਂਦੀ ਹੈ। ਜਦੋਂ ਇੰਦਰਾ ਗਾਂਧੀ ਘਰ ਆਉਂਦੀ ਅਫਸੋਸ ਕਰਨ, ਤੇ ਗਿਆਨੀ ਜ਼ੈਲ ਸਿੰਘ ਪਹਿਲੇ ਹੀ ਆ ਕੇ ਬਹਿ ਜਾਂਦੇ ਨੇ। ਅਸੀਂ ਜਿੱਥੇ ਕੀਰਤਨ ਸੀ ਬੈਠੇ ਹਾਂ, ਜਿਹੜਾ ਹੁਣ ਮੌਜੂਦਾ ਘਰ ਹੈ ਤੁਹਾਡਾ, ਜਿਹੜਾ ਸਾਡਾ ਮੌਜੂਦਾ ਘਰ ਹੈ, ਉੱਥੇ ਆ ਕੇ ਬਹਿ ਜਾਂਦੇ ਨੇ। ਤੇ ਖਬਰ ਆਉਂਦੀ ਕਿ ਵੀ ਇੰਦਰਾ ਗਾਂਧੀ ਸ਼ਾਮੀ ਆਏਗੀ। ਜਦੋਂ ਇੰਦਰਾ ਗਾਂਧੀ ਕੀਰਤਨ ਦੀ ਸਮਾਪਤੀ ਹੁੰਦੀ ਹੈ ਤੇ ਮੇਰੇ ਮਦਰ ਨੇ ਇੰਦਰਾ ਨੂੰ ਕਿਹਾ, ਮੈਂ ਤੁਹਾਡੇ ਨਾਲ ਇਕੱਲਿਆਂ ਗੱਲ ਕਰਨਾ ਚਾਹੁੰਦੀ ਹਾਂ। ਅੰਦਰ ਅਸੀਂ ਜਿਹੜਾ ਜਥੇਦਾਰ ਦਾ ਬੈਡਰੂਮ ਸੀ, ਉੱਥੋਂ ਸਾਰਾ ਕੁਝ ਚੱਕਿਆ ਸੀ, ਉੱਥੇ ਭੁੰਜੇ ਬਹਿ ਗਏ ਇੰਦਰਾ ਗਾਂਧੀ ਵੀ, ਅਸੀਂ ਵੀ, ਸਾਡਾ ਪਰਿਵਾਰ। ਤੇ ਗਿਆਨੀ ਜੀ ਸਾਡੇ ਤੋਂ ਪਹਿਲੇ ਜਾ ਕੇ ਉੱਥੇ ਬਹਿ ਗਏ। ਤੇ ਮੇਰੇ ਮਦਰ ਨੇ ਕਿਹਾ, ਗਿਆਨੀ ਜੀ ਤੁਸੀਂ ਬਾਹਰ ਚੱਲੋ, ਅਸੀਂ ਇਕੱਲਿਆਂ ਗੱਲ ਕਰਨੀ ਚਾਹੁੰਦੇ ਹਾਂ। ਉਸ ਵੇਲੇ ਤੱਕ ਸਾਨੂੰ ਕੋਈ ਨਹੀਂ ਪਤਾ ਸੀਗਾ ਕਿ ਗਿਆਨੀ ਦਾ ਕੀ ਰੋਲ ਹੈ ਕੀ ਨਹੀਂ ਹੈ। ਗਿਆਨੀ ਜੀ ਜਿੱਦਾਂ ਬੂਹੇ ਦੇ ਬਾਹਰ ਆ ਕੇ ਖਲੋ ਜਾਂਦੇ ਹੈ, ਜਿੱਦਾਂ ਬਾਹਰ ਕੋਈ ਅਟੈਂਡੈਂਟ ਖੜਾ ਹੋਵੇ, ਤੇ ਮੈਡਮ ਨਾਲ ਇੱਕੋ ਗੱਲ ਕਰਦੇ ਮੇਰੇ ਮਦਰ ਕਿ ਮੈਡਮ ਮੇਰੇ ਪਤੀ ਦਾ ਕਤਲ ਹੋਇਆ ਔਰ ਮੈਨੂੰ ਕਾਤਲ ਚਾਹੀਦੇ ਨੇ, ਪਰਿਵਾਰ ਨੂੰ ਕਾਤਲ ਚਾਹੀਦੇ ਨੇ, ਸਾਨੂੰ ਤੁਹਾਡੇ ਕੋਲੋਂ ਹੋਰ ਕੁਝ ਨਹੀਂ ਚਾਹੀਦਾ। ਉਹ ਕਹਿੰਦੀ ਮੈਂ ਤੁਹਾਡੇ ਕਾਤਲ ਲੱਭ ਕੇ ਦੇਵਾਂਗੀ। ਚਲੇ ਜਾਂਦੀ ਹੈ। ਸੰਸਕਾਰ ਤੇ ਦੁਨੀਆ ਰਾਜੀਵ ਗਾਂਧੀ ਤੋਂ ਲੈ ਕੇ ਸਾਰੇ ਆਏ ਹੁੰਦੇ ਨੇ। ਜਿਹੜੀ ਇੰਟਰਸਟਿੰਗ ਗੱਲ ਹੈ, ਜਿਹੜੇ ਕੜੀਆਂ ਮੈਂ ਕੁਝ ਤੁਹਾਨੂੰ ਦੱਸਣਾ ਚਾਹੁੰਦਾ ਵਾਂ, ਉਹਦੇ ਵਿੱਚ ਇਹ ਹੈ ਕਿ 24 ਤਰੀਕ ਨੂੰ ਜਿਹੜਾ ਮੇਰਾ ਗਨਮੈਨ ਹੈ ਉਹ ਮੈਨੂੰ ਆਖਦਾ ਹੈ ਕਿ ਸਰ ਜੀ ਸ਼ਾਮ ਦੇ ਵੇਲੇ ਉਹਨੇ, ਮੈਨੂੰ ਲੱਗਦਾ ਕੋਈ ਨਸ਼ੇ ਸੀਗਾ, ਤੇ ਮੈਨੂੰ ਕਹਿੰਦਾ ਜੀ ਕਿ ਮੇਰੇ ਕੋਲ ਬੰਦੂਕ ਤਾਂ ਆਪਣੀ ਹੈਗੀ ਹੈ, ਸੰਧੂ ਦਾ ਰਿਵਾਲਵਰ ਵੀ ਮੈਂ ਚੁੱਕ ਕੇ ਲੈ ਆਇਆ। ਇਹ ਕਿਹਨੇ ਕਿਹਾ? ਇਹ ਮੇਰੇ ਗਨਮੈਨ ਨੇ, ਧੰਨਾ ਸਿੰਘ ਨੇ। ਤੁਹਾਨੂੰ ਕਿਹਾ? ਮੈਨੂੰ ਕਿਹਾ। ਹੁਣ ਮੇਰੀ ਉਮਰ ਉਸ ਵੇਲੇ 22-23 ਸਾਲ। ਐਡਾ ਵੱਡਾ ਮੇਰਾ ਪਿਤਾ ਦਾ ਕਤਲ ਹੋਇਆ, ਮੇਰੇ ਲਈ ਜਹਾਜ਼ ਕ੍ਰੈਸ਼ ਕਰਨ ਦੇ ਬਰਾਬਰ ਸੀ। ਉਹੀ ਗਨਮੈਨ ਜੋ ਜਥੇਦਾਰ ਜੀ ਦੇ ਨਾਲ ਸੀਗਾ। ਉਹ ਕਹਿੰਦਾ ਹੈ ਕਿ ਜੀ ਇਹ ਉਹਦਾ ਰਿਵਾਲਵਰ ਵੀ ਮੇਰੇ ਕੋਲ ਹੈ। ਮੈਂ ਕਿਹਾ ਤੇਰਾ ਦਿਮਾਗ ਖਰਾਬ ਹੈ, ਵੈਪਨ ਆਫ ਅਫੈਂਸ ਵੀ ਤੇਰੇ ਕੋਲ ਹੈ, ਵੈਪਨ ਆਫ ਡਿਫੈਂਸ ਵੀ ਤੇਰੇ ਕੋਲ ਹੈ। ਇਹਦਾ ਮਤਲਬ ਤੂੰ ਸੰਧੂ ਦਾ ਰਿਵਾਲਵਰ ਖੋ ਕੇ ਪਹਿਲੇ ਜਥੇਦਾਰ ਜੀ ਨੂੰ ਗੋਲੀਆਂ ਮਾਰੀਆਂ, ਫਿਰ ਤੂੰ ਗੋਲੀ ਮਾਰੀ। ਕੇਸ ਤਾਂ ਇਦਾਂ ਬਣੂਗਾ। ਹਾਲਾਂ ਮੈਨੂੰ ਅਕਲ ਨਹੀਂ ਸੀਗੀ, ਲੇਕਿਨ ਜੋ ਮੇਰੇ ਦਿਮਾਗ 'ਚ ਗੱਲ ਆਈ, ਰੋਣ ਲੱਗ ਪਿਆ, ਕਹਿੰਦੇ ਮੈਨੂੰ ਬਚਾਓ। ਲੇਕਿਨ ਤਦ ਤੱਕ ਸਾਨੂੰ ਕੋਈ ਸ਼ੱਕ ਨਹੀਂ ਸੀਗਾ ਕਿ ਕੋਈ ਕੌਨਸਪੀਰੇਸੀ ਹੋਈ ਹੋਏਗੀ, ਕੀ ਹੋਇਆ ਹੋਏਗਾ। ਹੁਣ ਮੇਰੇ ਕੋਲ ਕੋਈ ਰਸਤਾ ਨਹੀਂ ਸੀਗਾ। ਮੈਂ ਅਗਲੇ ਦਿਨ ਇੰਦਰਾ ਗਾਂਧੀ ਦੇ ਘਰ ਚਲ ਜਾਂਦਾ ਸਵੇਰੇ 7 ਵਜੇ। 7 ਵਜੇ ਮਿਲਦੀ ਹੁੰਦੀ ਸੀ। ਮੈਂ ਜਾ ਕੇ ਧਵਨ ਨੂੰ ਕਹਿੰਦਾ ਕਿ ਮੈਡਮ ਨੂੰ ਮਿਲਣਾ ਹੈ, ਜਿਹੜੇ ਪੀਏ ਸੀਗੇ। ਇੰਦਰਾ ਗਾਂਧੀ ਮੈਨੂੰ ਬੁਲਾ ਲੈਂਦੀ। ਜੋ ਲੋਕੀ ਚਲੇ ਜਾਂਦੇ ਨੇ ਬਾਹਰ, ਬਾਗ 'ਚ ਲੰਬੀ ਲਾਈਨ ਲੱਗ ਜਾਂਦੀ ਸੀ, ਉਹਨਾਂ ਨੂੰ ਮਿਲ ਕੇ ਮੈਨੂੰ ਕਮਰੇ 'ਚ ਬਿਠਾ ਦਿੱਤਾ ਜਾਂਦਾ। ਇੰਦਰਾ ਆਉਂਦੀ ਹੈ और आके मैंने कहती बेटे बताओ कैसे आए हो। मैं कहा मैडम ऐसे है कि मेरा गनमैन जो है वो उसका रिवॉल्वर भी उठा लाया। ਹੁਣ ਮੈਨੂੰ ਨਹੀਂ ਪਤਾ ਕਿ ਮੈਂ ਕਿਹਨਾਂ ਕੋਲ ਜਾ ਕੇ ਗੱਲ ਕਰਦਾ ਪਿਆ, ਇਹਨਾਂ ਦਾ ਕੀ ਰੋਲ ਹੈ ਕੀ ਨਹੀਂ ਹੈ, ਲੇਕਿਨ ਉਸ ਵੇਲੇ ਤਾਂ ਦਿਮਾਗ ਚੱਲ ਨਹੀਂ ਰਿਹਾ ਸੀਗਾ। ਮੈਨੂੰ ਕਹਿੰਦੀ ਕਿ ਇਹ ਪਾਗਲ ਹੈ, ਇਸਨੇ क्या किया है। मैं कहा मैडम मैं इसका जवाब नहीं दे सकता। ਧਵਨ ਨੂੰ ਬੁਲਾਉਂਦੀ ਹੈ, ਧਵਨ ਨੂੰ ਗੱਲ ਦੱਸਦੀ ਹੈ, ਕਹਿੰਦੀ बेटा आप किसी से बात मत करना, आर के धवन आपसे बात करेंगे, जिसको कहेंगे वो दे देना आप उसको। मैं घर चल जाना। ਉਹਦੇ ਬਾਅਦ ਇੱਕ ਪੁਲਿਸ ਵਾਲਾ ਆਉਂਦਾ, ਉਹ ਰਿਵਾਲਵਰ ਉਹਦੇ ਹਵਾਲੇ ਕਰ ਦਿੱਤਾ ਜਾਂਦਾ, ਉਹਦੀ ਰਿਕਵਰੀ ਕਿਤੋਂ ਸ਼ੋਅ ਕਰ ਦਿੰਦੇ ਨੇ ਪੁਲਿਸ ਵਾਲੇ।
ਵੱਡੀ ਗੱਲ ਕੀ 21 ਦਸੰਬਰ ਨੂੰ ਜਥੇਦਾਰ ਜੀ ਨੂੰ ਕਤਲ ਮਿਲਦਾ ਲੱਗਦਾ ਹੈ। 23 ਦਸੰਬਰ ਨੂੰ ਭਿੰਡਰਾਲੇ ਪੀਐਸ ਭਿੰਡਰ ਦੀ ਟ੍ਰਾਂਸਫਰ ਕਰ ਦਿੰਦੇ ਨੇ ਦਿੱਲੀੋਂ ਪੁਲਿਸ ਕਮਿਸ਼ਨਰ ਦੇ। ਇਹ ਬੜਾ ਇੰਪੋਰਟੈਂਟ ਰੋਲ ਸੀਗਾ। ਪੀਐਸ ਭਿੰਡਰ ਜਥੇਦਾਰ ਜੀ ਦੇ ਬਹੁਤ ਨਜ਼ਦੀਕ ਸੀ, ਕਰੀਬੀ ਸੀ। ਕਿਉਂਕਿ ਜਦੋਂ ਸੁੰਦਰ ਡਾਕੂ ਕੇਸ ਹੋਇਆ ਸੀ, ਜਦੋਂ ਜਨਤਾ ਰਾਜ ਵਿੱਚ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਸੀ, ਨਾਲ ਹੋਰ ਕਈ ਐਸਪੀ ਫਸੇ ਸੀਗੇ, ਉਹ ਕੇਸ ਜਥੇਦਾਰ ਜੀ ਤੇ ਉਹਨਾਂ ਦੇ ਮਿੱਤਰਾਂ ਨੇ ਸਾਰਾ ਲੜਿਆ ਸੀ। ਭਿੰਡਰ ਸਾਹਿਬ ਅੰਦਰ ਸੀਗੇ, ਉਹਨਾਂ ਦੀ ਵਾਈਫ ਸੁਖਬੰਸ ਕੌਰ ਭਿੰਡਰ ਜਿਹੜੀ ਸੀਗੀ, ਉਹਦੇ ਨਾਲ ਇਹ ਸਾਰੇ ਕੇਸ ਦੀ ਪੈਰਵੀ ਜਥੇਦਾਰ ਜੀ ਨੇ ਕੀਤੀ ਸੀ। ਤੇ ਭਿੰਡਰ ਸਾਹਿਬ ਬੜੇ ਓਬਲਾਈਜ਼ ਸੀਗੇ। ਗਿਆਨੀ ਨੂੰ ਚੰਗੀ ਤਰ੍ਹਾਂ ਪਤਾ ਸੀ ਜ਼ੈਲ ਸਿੰਘ ਹੋਰਾਂ ਨੂੰ ਕਿ ਭਿੰਡਰ ਇਹ ਕੇਸ ਖੋਲ੍ਹੇਗਾ। ਉਹ ਕੇਸ ਖੁੱਲ੍ਹਣ ਨਹੀਂ ਦੇਣਾ ਚਾਹੁੰਦੇ ਸੀ। ਇਹ ਤਾਂ ਇੱਕ ਗੱਲ ਹੋ ਗਈ, ਰਿਵਾਲਵਰ ਦੀ ਦੂਜੀ ਗੱਲ ਹੋ ਗਈ। ਤੀਜੀ ਗੱਲ, ਜਿਹੜਾ ਸਾਡਾ ਗਨਮੈਨ ਸੀ ਉਹਨੇ ਇੱਕ ਹਫ਼ਤਾ ਪਹਿਲੇ ਇੱਕ ਹੋਰ ਗਨਮੈਨ ਰਖਾਇਆ। ਉਹ ਗਨਮੈਨ ਉਸ ਦਿਨ ਤੋਂ ਕਸ਼ਮੀਰਾ ਸਿੰਘ ਸੀ, ਕਹਿੰਦਾ ਮੇਰੇ ਪਿੰਡ ਦਾ। ਉਸ ਦਿਨ ਤੋਂ ਬਾਅਦ ਉਹ ਗਨਮੈਨ ਅੱਜ ਤੱਕ ਨਹੀਂ ਲੱਭਿਆ। ਅੱਜ ਤੱਕ ਨਹੀਂ ਲੱਭਿਆ ਕੌਣ ਸੀ ਉਹ ਬੰਦਾ, ਕੌਣ ਸੀ। ਅਸੀਂ ਪੁਲਿਸ ਨੂੰ ਕਹਿੰਦੇ ਰਹਿ ਗਏ, ਕੁਝ ਨਹੀਂ ਲੱਭਾ। ਜਿਹੜਾ ਡਰਾਈਵਰ ਗੱਡੀ ਚਲਾ ਰਿਹਾ ਸੀ ਉਹ ਭੱਜ ਗਿਆ। ਅਸੀਂ ਆਖਿਆ ਕਿ ਵੀ ਡਰਾਈਵਰ ਨੂੰ ਲੱਭੋ ਪੁਲਿਸ ਵਾਲਿਆਂ ਨੂੰ। ਕਹਿੰਦੇ ਜੀ ਉਹ ਚਲੇ ਗਿਆ ईरान में, मिडल ईस्ट में कहीं चले गया। ਜਥੇਦਾਰ ਹਰਬੰਸ ਸਿੰਘ ਫਰੰਟੀਅਰ ਜਥੇਦਾਰ ਜੀ ਦੇ ਖਾਸ ਮਿੱਤਰ ਹੁੰਦੇ ਸਨ। ਉਹਨਾਂ ਨੇ ਜਾ ਕੇ ਉਹ ਗਨਮੈਨ ਨੂੰ ਲੋਪੋਕੀ ਤੋਂ ਅੰਮ੍ਰਿਤਸਰ ਨੂੰ ਟੈਕਸੀ ਚਲਾਉਂਦਾ ਹੁੰਦਾ ਸੀ, ਜਿਹੜੀਆਂ ਟੈਕਸੀਆਂ ਚੱਲਦੀਆਂ ਹੁੰਦੀਆਂ ਸੀ, ਬਾਬਾ ਬੁੱਢਾ ਜੀ ਲਿਖਿਆ ਹੁੰਦਾ ਸੀ ਉੱਤੇ। ਅਸੀਂ ਜਾ ਕੇ ਆਇਡੈਂਟੀਫਾਈ ਕਰਕੇ ਦਿੱਤਾ ਜੀ ਉਹ ਬੰਦਾ ਤੇ ਇੰਡੀਆ 'ਚ ਤੁਰਿਆ ਫਿਰਦਾ, ਤੁਸੀਂ ਕਹਿੰਦੇ ਹੋ ਬਾਹਰ ਚਲੇ ਗਿਆ। ਇਹ ਕੀ ਇਨਵੈਸਟੀਗੇਸ਼ਨ ਹੋ ਰਹੀ ਹੈ। ਮੈਂ ਇੰਦਰਾ ਗਾਂਧੀ ਕੋਲ ਆਪਣੇ ਮਦਰ ਦੇ ਨਾਲ ਗਿਆ ਤੇ ਦੁਬਾਰਾ ਮਿਲਣ ਲਈ। ਤੀਜੀ ਵਾਰੀ, ਇੱਕ ਵਾਰੀ ਉਹ ਘਰ ਆਈ, ਇੱਕ ਵਾਰੀ ਪਿਸਤੌਲ ਦੀ ਗੱਲ, ਤੀਜੀ ਵਾਰੀ ਮੈਂ ਆਪਣੇ ਮਦਰ ਨੂੰ ਕਿਹਾ ਵੀ ਜੀ ਸਾਨੂੰ ਇੰਦਰਾ ਨਾਲ ਗੱਲ ਕਰਨੀ ਚਾਹੀਦੀ ਹੈ, ਸਾਡੀ ਇਨਵੈਸਟੀਗੇਸ਼ਨ ਨੂੰ ਬਹੁਤ ਰੋਲਿਆ ਜਾ ਰਿਹਾ। ਮੈਂ ਇੰਦਰਾ ਗਾਂਧੀ ਕੋਲ ਮਿਲਣ ਗਿਆ ਤੇ ਇੰਦਰਾ ਗਾਂਧੀ ਨੂੰ ਕਿਹਾ ਜੀ ਸਾਨੂੰ ਸੀਬੀਆਈ ਤੋਂ ਘੱਟ ਇਨਕੁਆਇਰੀ ਨਹੀਂ ਚਾਹੀਦੀ, ਸੀਬੀਆਈ ਇਨਕੁਆਇਰੀ ਚਾਹੀਦੀ ਹੈ, ਸਾਨੂੰ ਕੋਈ ਹੋਰ ਇਨਕੁਆਇਰੀ ਨਹੀਂ ਚਾਹੀਦੀ। ਅਸੀਂ ਉੱਥੋਂ ਨਿਕਲਦੇ ਹਾਂ, ਦੂਜੇ ਦਿਨ ਮੈਨੂੰ ਮੈਸੇਜ ਆਉਂਦਾ ਕਿ ਗਿਆਨੀ ਜੀ ਬੁਲਾ ਰਹੇ ਤੁਹਾਨੂੰ। ਮੈਂ ਗਿਆਨੀ ਜੀ ਦੇ ਘਰ ਚਲ ਜਾਂਦਾ। ਮੈਨੂੰ ਚਾਹ ਪਿਆਉਂਦੇ ਪਿਆਉਂਦੇ, ਤੁਸੀਂ 4 ਨਿੱਕੇ ਨਿੱਕੇ ਭਰਾ ਹੋ, ਤੁਸੀਂ ਕਿਉਂ ਇੱਦਾਂ ਹੀ ਆਪ ਅੱਗੇ ਹੁੰਦੇ ਹੋ, ਸਰਕਾਰ ਨੂੰ ਕਰਨ ਦੇ ਜੋ ਕਰਦੀ ਪਈ ਹੈ। ਅਸੀਂ ਜਿਹੜੀ ਵੀ ਇਨਕੁਆਇਰੀ ਦਿਆਂਗੇ ਤੁਹਾਨੂੰ ਚੰਗੀ ਦਿਆਂਗੇ, ਨਹੀਂ ਤਾਂ ਤੁਹਾਡਾ ਕੋਈ ਨੁਕਸਾਨ ਕਰ ਦੇ। ਇਹ ਮਤਲਬ 1 to 1 ਮੇਰੀ ਤੇ ਗਿਆਨੀ ਜੀ ਦੀ ਗੱਲ ਹੋ ਰਹੀ ਹੈ। ਤਾਂ ਤੁਹਾਨੂੰ ਉਦੋਂ ਅਹਿਸਾਸ ਹੋਇਆ ਕਿ ਸ਼ਾਇਦ ਤੁਹਾਨੂੰ ਧਮਕਾਇਆ ਜਾ ਰਿਹਾ। ਔਰ ਮੈਂ ਜੇ ਉਹਦਾ ਜਵਾਬ ਤਾਂ ਮੈਂ ਕਿਹਾ ਗਿਆਨੀ ਜੀ ਅਸੀਂ 4 ਨਿੱਕੇ ਨਿੱਕੇ ਭਰਾ ਵਾਂ, ਜੇ ਸਾਡੇ 'ਚੋਂ ਵੀ ਕਿਸੇ ਨੇ ਜਾਣਾ ਹੈ ਨਾ ਅਸੀਂ ਤਿਆਰ ਹਾਂ, ਪਰ ਇਹ ਕਤਲ ਦੀ ਪੈਰਵਾਈ ਨਹੀਂ ਛੱਡਾਂਗੇ। ਮਿਹਰਬਾਨੀ ਕਰਕੇ ਸਾਨੂੰ ਸੀਬੀਆਈ ਇਨਕੁਆਇਰੀ ਚਾਹੀਦੀ। ਜਿਸ ਦਿਨ ਮੇਰੇ ਪਿਤਾ ਨੂੰ ਗੋਲੀ ਲੱਗਦੀ ਹੈ ਉਸ ਤੋਂ 40 ਦਿਨ ਬਾਅਦ ਮੇਰਾ ਵਿਆਹ ਸੀ। ਜਿਸ ਦਿਨ ਗੋਲੀ ਲੱਗਦੀ ਹੈ ਸਵੇਰੇ ਅਸੀਂ ਬੈਠੀ ਇਕੱਠੇ ਪੀਂਦੇ ਸੀਗੇ, ਮੈਂ ਸੈਰ ਕਰਕੇ ਆਉਂਦਾ ਸੀ, ਜਥੇਦਾਰ ਜੀ ਸੈਰ ਕਰਕੇ ਆਉਂਦੇ ਸੀ ਤੇ ਮੇਰੇ ਗ੍ਰੈਂਡਫਾਦਰ ਲਈ ਕੱਪੜੇ ਲੈ ਕੇ ਆਏ ਤੇ ਕਹਿੰਦੇ ਭਾਈਆ ਜੀ ਨੂੰ ਬੁਲਾ, ਤੇ ਭਾਈਆ ਜੀ ਇਹ ਕੱਪੜੇ ਸਵਾਓ ਤੁਹਾਡੇ ਪੋਤੇ ਦਾ ਵਿਆਹ ਆ ਰਿਹਾ। ਉਹਨੂੰ ਚਾਅ ਚੜਿਆ ਸੀਗਾ ਕਿ ਬਈ ਮਨਜੀਤ ਦਾ ਵਿਆਹ ਹੋਊਗਾ, ਸਾਰੀ ਕੈਬਨਿਟ, ਰਾਸ਼ਟਰਪਤੀ ਇੰਦਰਾ ਗਾਂਧੀ ਸਭ ਇੱਥੇ ਵਿਆਹ ਤੇ ਹੋਣਗੇ। ਤੇ ਮੇਰਾ 40 ਦਿਨ ਬਾਅਦ ਵਿਆਹ ਸੀ ਤੇ ਫਿਰ ਇਹ ਵੀ ਫੈਸਲਾ ਹੋਇਆ ਕਿ ਵਿਆਹ ਦੀ ਡੇਟ ਪੋਸਟਪੋਨ ਨਹੀਂ ਕਰਨੀ, 11 ਬੰਦੇ ਜਾ ਕੇ ਫੇਰੇ ਲੈਣ। ਇਹ ਗੱਲ ਮੈਂ ਤਾਂ ਦੱਸ ਰਿਹਾ, ਉਹਦਾ ਅੱਗੇ ਰੀਜ਼ਨ ਆਏਗਾ। ਜਦੋਂ ਇਹ ਗੱਲ ਹੋਈ, ਗਿਆਨੀ ਜੀ ਨੇ ਮੈਨੂੰ ਘਰ ਬੁਲਾ ਕੇ ਇਹ ਗੱਲ ਕੀਤੀ। ਅਗਲੇ ਦਿਨ ਅਖਬਾਰ 'ਚ ਮੈਂ ਪੜ੍ਹ ਲਿਆ ਕਿ ਜੁਡੀਸ਼ੀਅਲ ਪ੍ਰੋਬ ਆਰਡਰਡ ਇਨਟੂ ਜਥੇਦਾਰ ਸੰਤੋਖ ਸਿੰਘ ਮਰਡਰ ਕੇਸ, ਸਿਟਿੰਗ ਜੱਜ ਆਫ ਹਾਈ ਕੋਰਟ ਜਸਟਿਸ ਯੋਗੇਸ਼ਵਰ ਦਿਆਲ ਹੈਜ਼ ਬੀਨ ਇੰਟਰਸਟਿਡ ਵਿਦ ਦੀ ਇਹਦੀ ਇਨਵੈਸਟੀਗੇਸ਼ਨ ਲਈ। ਹੁਣ ਅਸੀਂ ਸੀਬੀਆਈ ਇਨਕੁਆਇਰੀ ਮੰਗ ਰਹੇ ਹਾਂ, ਅਸੀਂ ਸਰਕਾਰ ਨੂੰ ਆਪਣਾ ਸਮਝ ਰਹੇ ਹਾਂ। ਅਸੀਂ ਸੋਚਦੇ ਹਾਂ ਕਿ ਇੰਦਰਾ ਗਾਂਧੀ ਕੋਲੋਂ ਅਸੀਂ ਜਾ ਕੇ ਜੋ ਮਰਜ਼ੀ ਗੱਲ ਕਰੀਏ ਅਸੀਂ, ਲੇਕਿਨ ਸਰਕਾਰ ਨੇ ਮੈਨੂੰ ਸੀਬੀਆਈ ਇਨਕੁਆਇਰੀ ਨਹੀਂ ਦਿੱਤੀ। ਹੁਣ ਮੈਂ ਤੁਹਾਨੂੰ ਜਿਹੜੀ ਗੱਲ ਸ਼ੁਰੂ ਕੀਤੀ ਸੀ ਨਾ ਕਿ ਸੱਤਾ ਦਾ ਤੁਹਾਡੇ ਨਾਲ ਕੋਈ ਉਹ ਨਹੀਂ ਹੁੰਦਾ, ਸੱਤਾ ਦਾ ਆਪਣਾ ਮਫਾਦ ਹੁੰਦਾ ਹੈ। ਔਰ ਜਿੱਥੇ ਮੈਂ ਗੱਲ ਲੈ ਕੇ ਜਾਊਂਗਾ ਤੁਸੀਂ ਵੀ ਹੈਰਾਨ ਹੋਵੋਗੇ। ਜੁਡੀਸ਼ੀਅਲ ਪ੍ਰੋਬ 'ਚ ਸਾਨੂੰ ਪਤਾ ਸੀ ਕੀ ਹੋਣਾ ਕੀ ਨਹੀਂ ਹੋਣਾ। ਉਹਨਾਂ ਨੇ ਕਹਿਣਾ ਸੀ ਜੀ ਕਿ ਇਹ ਕੋਈ ਕੌਨਸਪੀਰੇਸੀ ਨਹੀਂ ਸੀ, ਮੌਕੇ ਦੀ ਵਾਰਦਾਤ ਸੀਗੀ, ਇਹਦੇ 'ਚ ਕੰਮ ਹੋ ਗਿਆ, ਖਤਮ ਹੋ ਗਿਆ। ਹੁਣ ਗਿਆਨੀ ਜੀ ਉਹਦੇ ਬਾਅਦ ਪ੍ਰੈਜ਼ੀਡੈਂਟ ਇਲੈਕਟ ਬਣ ਜਾਂਦੇ ਨੇ ਜੀ। ਪ੍ਰੈਜ਼ੀਡੈਂਟ ਇਲੈਕਟ ਦਾ ਮਤਲਬ ਹਲੇ ਸਹੁੰ ਨਹੀਂ ਚੁੱਕੀ। ਜਿਸ ਦਿਨ ਉਹ ਇਲੈਕਟ ਹੁੰਦੇ ਨੇ, ਅਗਰ ਸਭ ਤੋਂ ਪਹਿਲੇ ਆਉਂਦੇ ਨੇ ਤਾਂ ਮੇਰੇ ਘਰ ਆਉਂਦੇ ਨੇ। ਅੱਛਾ, ਮੇਰੇ ਮਦਰ ਦੇ ਕੋਲ ਕਿ ਬੀਬੀ ਜੀ ਰਾਸ਼ਟਰਪਤੀ ਭਵਨ ਦੇ ਬੂਹੇ ਖੁੱਲ੍ਹੇ ਨੇ, ਮੈਨੂੰ ਬੱਚਿਆਂ ਨੂੰ ਕੋਈ ਕੰਮ ਹੋਵੇ ਮੈਨੂੰ ਜ਼ਰੂਰ ਸੇਵਾ ਦੱਸਣਾ। ਕਿਉਂਕਿ ਗਿਆਨੀ ਜੀ ਵਰਗਾ ਪੋਲੀਟੀਸ਼ੀਅਨ ਮੈਂ ਨਹੀਂ ਦੇਖਿਆ ਕਿਤੇ। ਉਹ ਦੁਸ਼ਮਣਾਂ ਨੂੰ ਤਿੱਖਾ ਨਹੀਂ ਹੋਣ ਦਿੰਦੇ ਸੀ। ਉਹਨਾਂ ਨੂੰ ਪਤਾ ਸੀ ਕਿ ਕਮਿਸ਼ਨ ਦੀ ਇਨਕੁਆਇਰੀ ਸ਼ੁਰੂ ਹੋਣ ਵਾਲੀ ਹੈ,
ਜਸਟਿਸ ਯੋਗੇਸ਼ਵਰ ਦਿਆਲ ਦੀ, ਅਗਰ ਇਹਨਾਂ ਨੇ ਸਟੇਟਮੈਂਟ ਦੇ ਦਿੱਤੀ ਕਿ ਗਿਆਨੀ ਜੀ ਸਿੱਧੇ ਇਨਵੋਲਵ ਹੈ ਜਾਂ ਅਸਿੱਧੇ ਇਨਵੋਲਵ ਹੈ ਤੇ ਮੁਲਕ ਵਾਸਤੇ ਇੱਕ ਵੱਡਾ ਸਿਆਪਾ ਪੈ ਜਾਣਾ ਸੀਗਾ। ਐਗਜ਼ੈਕਟ 31 ਦਸੰਬਰ ਨੂੰ ਮੇਰਾ ਵਿਆਹ ਜਿੱਦਾਂ ਸੀਗਾ, ਮੈਂ ਵਿਆਹ ਸਿੰਪਲ ਸੀ, ਅਗਲੀ 31 ਦਸੰਬਰ ਆ ਗਈ 1983 ਦੀ। 1982 31 ਦਸੰਬਰ ਮੇਰਾ ਵਿਆਹ ਹੋਇਆ ਸੀ ਤੇ ਮੈਂ ਉਸ ਦਿਨ ਕਿਹਾ ਕਿ ਹੁਣ ਸਾਲ ਹੋਇਆ ਇੱਕ ਛੋਟੀ ਮੋਟੀ ਪਾਰਟੀ ਕਰ ਲਵਾਂ। ਮੇਰਾ ਵੱਡਾ ਬ੍ਰਦਰ ਸਰ ਮੇਹਰ ਸਿੰਘ ਦਾ ਜਵਾਈ ਹੈ, ਜਿਹੜੇ MLA ਫਰੀਦਕੋਟ ਰਹੇ ਸੀਗੇ, ਮਹਾਰਾਜਾ ਫਰੀਦਕੋਟ ਨੂੰ ਰਾਇਆ ਸੀ, ਉਹ ਗਿਆਨੀ ਜੀ ਨਾਲ ਉਸ ਪਰਿਵਾਰ ਦੀ ਨਜ਼ਦੀਕੀ ਸੀ ਤੇ ਮੇਰੇ ਵੱਡੇ ਭਾਈ ਸਾਹਿਬ ਨੇ ਕਿਹਾ ਕਿ ਮਨਜੀਤ ਆਪਾਂ ਗਿਆਨੀ ਜੀ ਨੂੰ ਇਨਵੀਟੇਸ਼ਨ ਦੇ ਦਈਏ। ਮੈਂ ਕਿਹਾ ਮੈਂ ਨਹੀਂ ਬੁਲਾਉਣਾ ਚਾਹੁੰਦਾ। ਕਹਿੰਦਾ ਇੱਕ ਕੰਮ ਕਰ ਕਿ ਜਿੱਦਣ ਅੱਜ ਪ੍ਰੋਗਰਾਮ ਹੈ ਨਾ, ਮੈਂ ਦੁਪਹਿਰੇ ਜਾ ਕੇ ਇਨਵੀਟੇਸ਼ਨ ਉਹਦੀ ਰਿਸੈਪਸ਼ਨ ਤੇ ਛੱਡ ਆਵਾਂਗਾ, ਨਾ ਅਸੀਂ ਬੁਲਾਇਆ ਨਾ ਉਹਨੇ ਆਣਾ, ਮੇਰੀ ਫਾਰਮੈਲਿਟੀ ਪੂਰੀ ਹੋ ਜਾਏਗੀ। ਮੈਂ ਕਿਹਾ ਤੇਰੀ ਮਰਜ਼ੀ ਹੈ ਭਾਈ, ਤੂੰ ਜੋ ਮਰਜ਼ੀ ਕਰ। ਇਹ 3 ਵਜੇ ਜਾਂਦੇ ਨੇ ਘਾਟ ਤੇ 8 ਵਜੇ ਦਾ ਸ਼ਾਮ ਦਾ ਟਾਈਮ। ਹੁਣ ਗਿਆਨੀ ਨੂੰ ਬੁਲਾਉਣਾ ਹੋਵੇ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਤੇ ਇਹ ਮਹੀਨਾ ਪਹਿਲੇ ਇਨਵੀਟੇਸ਼ਨ ਜਾਂਦਾ, ਰੂਟ ਲੱਗਦੇ ਨੇ, ਸਭ ਕੁਝ ਹੁੰਦੇ ਨੇ, ਉਦੋਂ ਵੀ ਇੰਨੀ ਪ੍ਰੋਟੋਕਾਲ ਸੀਗਾ। ਇਹ ਉਹਦੀ ਰਿਸੈਪਸ਼ਨ ਤੇ ਛੱਡ ਕੇ ਭਾਈ ਸਾਹਿਬ, ਕਿਉਂਕਿ ਪਾਰਕਿੰਗ ਬੜੀ ਦੂਰ ਹੈ, ਜਦ ਤੱਕ ਗੱਡੀ ਤੱਕ ਪਹੁੰਚਦੇ ਹੈ ਤੇ ਗਿਆਨੀ ਜੀ ਦਾ ਮੈਸੇਜ ਆ ਜਾਂਦਾ ਕਿ ਇਹ ਤੇਜਿੰਦਰ ਕੋ ਬੁਲਾਓ ਅੰਦਰ, ਮੇਰੇ ਵੱਡੇ ਭਾਈ ਸਾਹਿਬ ਦਾ ਨਾਂ ਤੇਜਿੰਦਰ। ਅੰਦਰ ਚਲ ਜਾਂਦੇ ਨੇ। ਗਿਆਨੀ ਜੀ ਨੇ ਇਹਦਾ ਕਾਰਡ ਫੜਿਆ ਹੁੰਦਾ, ਉਹ ਕਾਰਡ ਫੜ ਕੇ ਕਹਿੰਦੇ ਇਹ ਅੱਜ ਰੱਖੀ ਤੁਸੀਂ ਮਨਜੀਤ ਦੀ ਇਹ ਪਾਰਟੀ? ਉਹਨਾਂ ਕਿਹਾ ਹਾਂਜੀ। ਤੇ ਤੂੰ ਹੁਣ ਦੇਣ ਆ ਰਿਹਾ ਮੈਨੂੰ? ਕਹਿੰਦੇ ਗਿਆਨੀ ਜੀ ਅਸਲ 'ਚ ਡਿਸਾਈਡਡ ਨਹੀਂ ਸੀਗਾ ਕਰਨੀ ਕਿ ਨਹੀਂ ਕਰਨੀ, ਤੇ ਕਾਰਡ ਹੀ ਕੱਲ੍ਹ ਛਪਿਆ ਰਾਤੀ। ਤੇ ਕਹਿੰਦਾ ਅੱਛਾ ਫਿਰ ਮੈਂ 8 ਵਜੇ ਆ ਜਾਵਾਂ? ਅੱਛਾ। ਹੁਣ ਇਹ ਰਾਸ਼ਟਰਪਤੀ ਕਹਿ ਰਿਹਾ, ਹੁਣ ਇਹ ਵੀ ਔਨ ਰਿਕਾਰਡ ਹੈ। ਔਰ ਉਹ ਕਹਿੰਦੇ ਜੇ ਆਉਣਾ ਤੇ ਫਿਰ 9 ਵਜੇ। 9 ਵਜੇ ਮੇਰੇ ਨਾਲ ਮੇਰੀ ਰਿਸੈਪਸ਼ਨ, ਮੇਰੀ ਮਤਲਬ ਜਿਹੜੀ ਸਾਲ ਦੇ ਬਾਅਦ ਐਨੀਵਰਸਰੀ ਮੈਂ ਮਨਾਈ, ਉੱਥੇ ਗਿਆਨੀ ਜੀ ਖੁਦ ਹਾਜ਼ਰ ਨੇ, ਕਿਉਂਕਿ ਆਪਣੇ ਦੁਸ਼ਮਣਾਂ ਨੂੰ ਤਿੱਖਾ ਨਹੀਂ ਹੋਣ ਦੇਣਾ ਚਾਹੁੰਦੇ ਸੀਗੇ। ਅੱਛਾ, ਸਾਨੂੰ ਵੀ ਸਾਡੇ ਜਿਹੜੇ ਐਡਵੋਕੇਟ ਸੀਗੇ SA ਮਲਿਕ, ਉਹ ਆਖਦੇ ਸੀਗੇ ਕਿ ਮਨਜੀਤ ਇਹਦਾ ਨਾਂ ਜੇ ਲਿਆ ਨਾ ਤੇ ਸਰਕਾਰ ਟੋਟਲ ਬਚਾਉਣ ਆ ਜਾਏਗੀ ਸਾਨੂੰ ਕੋਈ ਨਾ ਕੋਈ ਬੰਦਾ ਫਸੇ ਤਾਂ ਫਿਰ ਅਸੀਂ ਕਿਸੇ ਪਾਸੇ ਨੂੰ ਅੱਗੇ ਚੱਲੀਏ, ਹਵਾ 'ਚ ਤੀਰ ਮਾਰਨ ਦਾ ਕੋਈ ਫਾਇਦਾ ਨਹੀਂ। ਅਸੀਂ ਆਪਣੇ ਆਪ ਨੂੰ ਜ਼ਾਬਤੇ 'ਚ ਰੱਖਿਆ ਹੋਇਆ ਸੀਗਾ। ਤੇ ਇਹ ਜਿਹੜੀਆਂ ਸਾਰੀਆਂ ਗੱਲਾਂ ਮੈਂ ਤੁਹਾਨੂੰ ਅੱਜ ਸ਼ੇਅਰ ਕਰਦਾ ਪਿਆ ਵਾਂ, ਤੁਸੀਂ ਇਸ ਤੋਂ ਹਿਸਾਬ ਲਾ ਲਓ ਕਿ ਬਈ ਕਿੱਦਾਂ ਮਰਡਰ ਹੋਇਆ। ਬੰਦਾ ਡਰਾਈਵਰ ਗਾਇਬ ਹੈ, ਕਹਿੰਦੇ ਜੀ ਉਹ ਮਿਡਲ ਈਸਟ ਚਲੇ ਗਿਆ, ਅਸੀਂ ਲੱਭਦੇ ਹਾਂ। ਕਸ਼ਮੀਰਾ ਸਿੰਘ ਗਨਮੈਨ ਅੱਜ ਤੱਕ ਲੱਭਾ ਹੀ ਨਹੀਂ। ਔਰ ਜਥੇਦਾਰ ਸੰਤੋਖ ਸਿੰਘ ਨੂੰ ਗੋਲੀ ਲੱਗਣ ਤੋਂ ਬਾਅਦ ਤੁਸੀਂ ਹੋਮ ਮਿਨਿਸਟਰ ਦੇ ਘਰ ਕੀ ਕਰਨ ਜਾ ਰਹੇ ਹੋ? ਕੀ ਤੁਸੀਂ ਗਨਮੈਨ ਨੂੰ ਜਦੋਂ ਮਿਲੇ, ਜਦੋਂ ਤੁਹਾਨੂੰ ਉਹਨੇ ਕਿਹਾ ਕਿ ਰਿਵਾਲਵਰ ਮੈਂ ਲੈ ਆਇਆ ਸੰਧੂ ਦਾ, ਤੁਸੀਂ ਇਹ ਸਵਾਲ ਨਹੀਂ ਕੀਤਾ ਕਿ ਤੂੰ ਹਸਪੀਟਲ ਲਿਜਾਣ ਦੀ ਬਜਾਏ ਜਥੇਦਾਰ ਜੀ ਨੂੰ ਉੱਥੇ ਕਿਉਂ ਲੈ ਗਿਆ, ਜਾਂ ਉਦੋਂ ਤੱਕ ਤੁਹਾਨੂੰ ਪਤਾ ਹੀ ਨਹੀਂ ਸੀ? ਨਹੀਂ, ਸਾਨੂੰ ਪਤਾ ਲੱਗ ਗਿਆ ਸੀ। ਉਹ ਕਹਿੰਦਾ ਜੀ ਮੈਂ ਇੰਨਾ ਘਬਰਾ ਗਿਆ ਸੀ, ਮੈਨੂੰ ਪਤਾ ਹੀ ਨਹੀਂ ਸੀ ਕਿੱਥੇ ਜਾਣਾ। ਮੈਂ ਕਿਹਾ ਹੋਮ ਮਿਨਿਸਟਰ ਸਾਹਿਬ ਫਟਾਫਟ ਇਲਾਜ ਕਰਾ ਦੇਣਗੇ। ਹੁਣ ਉਹਦਾ ਕੀ ਲੈਣ ਦੇਣ ਸੀ ਹੋਮ ਮਿਨਿਸਟਰ ਨਾਲ? ਗੱਲ ਤਾਂ ਇਹ ਹੈ। ਇਹ ਤਾਂ ਕੀ ਤੁਹਾਨੂੰ ਵੀ ਲੱਗਦਾ ਹੈ ਕਿ ਸੰਧੂ ਵਾਲੀ ਗੱਲ ਦੇ ਉੱਤੇ ਤੁਹਾਨੂੰ ਡਾਊਟ ਹੈ ਕਿ ਸ਼ਾਇਦ ਇਸ ਤਰ੍ਹਾਂ ਹੀ ਹੋਇਆ ਕਿ ਡਰਾਈਵਰ ਨੇ ਸੰਧੂ ਦਾ ਰਿਵਾਲਵਰ ਖੋਹ ਕੇ ਗਿਆਨੀ ਜਥੇਦਾਰ ਸਾਹਿਬ ਨੂੰ ਗੋਲੀਆਂ ਮਾਰੀਆਂ ਹੋ ਸਕਦੀਆਂ? ਇਹ ਵੀ ਹੋ ਸਕਦਾ। ਜਾਂ ਉੱਥੇ ਪ੍ਰਤੱਖਦਰਸ਼ੀ ਕੁਝ ਲੋਕ ਸੀਗੇ ਜਿਨ੍ਹਾਂ ਨੇ ਸੰਧੂ ਨੂੰ ਗੋਲੀ ਮਾਰਦੇ ਦੇਖਿਆ? ਜਿਹੜਾ ਨਾਲ ਇੱਕ ਕੁਲਦੀਪ ਸਿੰਘ ਮੈਂਬਰ ਬੈਠਾ ਸੀ, ਇੱਕ ਬਾਜਵਾ ਮੈਂਬਰ ਸੀ, ਉਹਦੀ ਵੀ ਡੈਥ ਹੋ ਗਈ। ਉਹਨਾਂ ਨੇ ਤੇ ਇਹਨਾਂ ਨੂੰ ਮਤਲਬ ਉਹਨਾਂ ਦੀ ਸਟੇਟਮੈਂਟਾਂ ਵੇਰੀ ਕਰਦੀਆਂ ਸੀਗੀਆਂ। ਉਹ ਇੱਕੋ ਜਿਹੀਆਂ ਸਟੇਟਮੈਂਟਾਂ ਨਹੀਂ ਸੀਗੀਆਂ। ਅਸੀਂ ਉਹਨਾਂ ਤੇ ਵਿਸ਼ਵਾਸ ਨਹੀਂ ਕੀਤਾ। ਅਸੀਂ ਚਾਹੁੰਦੇ ਸੀ ਕਿ CBI ਇਨਕੁਆਇਰੀ ਹੋਵੇ। ਸੰਗਤ ਵੀ ਨਹੀਂ ਸੀ ਕਿਉਂਕਿ ਗੁਰੂ ਘਰ ਤੋਂ ਬਾਹਰ ਆ ਚੁੱਕੇ ਸੀ ਨਾ, ਬਾਹਰ ਗਲੀ ਚੋਂ ਬਾਹਰ ਆ ਚੁੱਕੇ ਸੀਗੇ। ਉੱਥੇ ਕੋਈ ਸੰਗਤ ਨਹੀਂ ਸੀਗੀ। ਗਲੀ ਦੇ ਕੋਈ ਇੱਕਾ ਦੁੱਕਾ ਬੰਦੇ ਹੋਣੇ, ਕਿਸੇ ਨੇ ਹੋਰ ਗਵਾਹੀ ਨਹੀਂ ਦਿੱਤੀ। ਤਾਂ ਕੀ ਤੁਹਾਨੂੰ ਲੱਗਦਾ ਹੈ ਕਿ ਇਸ ਸਾਰੇ ਦੇ ਪਿੱਛੇ, ਕਿਉਂਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਨਾਲ ਉਹਨਾਂ ਦੇ ਸੰਬੰਧ ਬਹੁਤ ਚੰਗੇ ਹੋ ਗਏ ਸੀ, ਸੰਤ ਉਹਨਾਂ ਦੀ ਕਦਰ ਕਰਦੇ ਸੀਗੇ, ਪੰਜਾਬ ਦੀ ਸਿਆਸਤ ਜਿਹੜੀ ਆ ਉਹ ਜਥੇਦਾਰ ਸੰਤੋਖ ਸਿੰਘ ਨੂੰ ਲਾਈਕ ਨਹੀਂ ਕਰ ਰਹੀ ਸੀ, ਦੋ ਵੱਡੇ ਧੁਰੇ ਤੁਸੀਂ ਕਹਿ ਰਹੇ ਹੋ ਪ੍ਰਕਾਸ਼ ਸਿੰਘ ਬਾਦਲ ਔਰ ਟੌੜਾ ਸਾਹਿਬ ਜਿਹੜੇ ਆ ਉਹ ਹਮੇਸ਼ਾ ਉਲਟ ਚੱਲਣ ਵਾਲੀਆਂ ਗੱਲ, ਇਹ ਕਾਰਨ ਬਣਿਆ। ਔਰ ਫਿਰ ਗਿਆਨੀ ਜੈਲ ਸਿੰਘ ਨੂੰ ਇਸ ਗੱਲ ਦਾ ਆਭਾਸ ਹੋਇਆ ਕਿ ਜਿਵੇਂ ਦਰਬਾਰਾ ਸਿੰਘ ਵਾਲੀ ਤੁਸੀਂ ਗੱਲ ਦੱਸੀ ਕਿ ਦਰਬਾਰਾ ਸਿੰਘ ਨੂੰ ਸਿਰਫ ਹਮਾਇਤ ਦੇਣ ਪਿੱਛੇ ਇੰਨਾ ਵੱਡਾ ਉਹਨਾਂ ਨੇ ਆਪਣੇ ਦਿਲ ਦੇ ਅੰਦਰ ਜ਼ਹਿਰ ਰੱਖ। ਖਾਲੀ ਇਹ ਨਹੀਂ ਨਾ, ਇਸ ਤੋਂ ਇਲਾਵਾ ਕਈ ਗੱਲਾਂ ਹੋਰ ਹੋ ਚੁੱਕੀਆਂ ਸੀਗੀਆਂ। ਹੁਣ ਇਹ ਦੇਖੋ ਕਿ ਜਥੇਦਾਰ ਇੰਦਰਾ ਗਾਂਧੀ ਇਹਦੇ ਪਿੱਛੇ ਹੋ ਸਕਦੀ ਸੀ। ਹੁਣ ਇਹ ਸਵਾਲ ਤੁਸੀਂ ਬੜਾ ਇੰਪੋਰਟੈਂਟ ਕੀਤਾ। ਮੈਂ ਇਹ ਸਮਝਦਾ ਵਾਂ ਕਿ ਇੰਦਰਾ ਗਾਂਧੀ ਨੇ ਗਿਆਨੀ ਜੀ ਨੂੰ ਫਾਈਲ ਦਿਖਾਤੀ ਹੋਣੀ ਹੈ ਕਿ ਤੈਨੂੰ ਰਾਸ਼ਟਰਪਤੀ ਬਣਾ ਰਹੇ ਆ, ਆਹ ਦੇਖ ਲਈ। ਗੱਲ ਸਮਝ ਗਏ?
ਕਿਉਂਕਿ ਰਬੜ ਸਟੈਂਪ ਚਾਹੀਦੀ ਸੀਗੀ। ਕਿਉਂ ਮੈਂ ਫਿਰ ਉਸ ਤੇ ਆਉਂਦਾ ਕਿ ਸੱਤਾ ਦਾ ਕੋਈ ਧਰਮ ਨਹੀਂ ਹੈ। ਧਰਮ ਸੱਤਾ ਦਾ ਇੱਕੋ ਹੀ ਹੈ ਕਿ ਉਹਨਾਂ ਨੇ ਤਾਕਤ 'ਚ ਕਿੱਦਾਂ ਰਹਿਣਾ, ਭਾਵੇਂ ਕਿਸੇ ਦੀ ਬਲੀ ਦੇਣੀ ਹੋਵੇ। ਅੱਜ ਵੀ ਮੈਂ ਸਮਝਦਾ ਕਿ ਜਿਹੜੇ ਸੱਤਾ ਨਾਲ ਚੱਲਦੇ ਨੇ ਜਾਂ ਕਿਤੇ ਨਾ ਕਿਤੇ ਕੋਈ ਨਾ ਕੋਈ ਸਾਂਝ ਪੈਂਦੀ ਹੈ, ਸੋਚ ਕੇ ਚੱਲਣਾ ਚਾਹੀਦਾ ਕਿ ਸੱਤਾ ਨੇ ਆਪਣੇ ਹਿਸਾਬ ਨਾਲ ਚੱਲਣਾ। ਤੁਸੀਂ ਉਹਨਾਂ ਤੋਂ ਕੀ ਕੱਢ ਸਕਦੇ ਹੋ ਆਪਣੀ ਕੌਮ ਵਾਸਤੇ, ਉਹ ਲੀਡਰਸ਼ਿਪ ਕਾਮਯਾਬ ਹੋਏਗੀ। ਸੰਤਾਂ ਬਾਰੇ ਕਿਹਾ ਜਾਂਦਾ ਹੈ ਕਿ ਬਹੁਤ ਸਾਰੀਆਂ ਕਿਤਾਬਾਂ ਅੱਜ ਦਸਤਾਵੇਜ਼ੀ ਬਣ ਗਈਆਂ ਕਿ ਸੰਤ ਇੰਦਰਾ ਗਾਂਧੀ ਨੇ ਹੀ ਖੜੇ ਕੀਤੇ, ਇੰਦਰਾ ਗਾਂਧੀ ਨੇ ਸਪੋਰਟ ਕੀਤੀ ਤੇ ਫਿਰ ਸੰਤ ਪਾਵਰਫੁਲ ਹੋ ਗਏ ਤਾਂ ਇੰਦਰਾ ਤੋਂ ਬਾਹਰ ਚਲੇ ਗਏ। ਕੀ ਜਥੇਦਾਰ ਸੰਤੋਖ ਸਿੰਘ ਉਹ ਕੜੀ ਸੀਗੇ ਸੰਤਾਂ ਤੇ ਇੰਦਰਾ ਦੇ ਦਰਮਿਆਨ? ਸੰਤਾਂ ਦਾ ਇੱਕ ਇੰਟਰਵਿਊ ਹੈ ਕਿਸੇ ਇੰਗਲੈਂਡ ਦੇ ਜਰਨਲਿਸਟ ਨੇ ਲਿਆ ਹੋਇਆ, ਔਰ ਉਸਨੇ 3 ਮਿੰਟ 4 ਮਿੰਟ ਦਾ ਉਸਨੇ ਬਾਰ-ਬਾਰ ਜਥੇਦਾਰ ਜੀ ਤੇ ਸਵਾਲ ਕੀਤੇ ਸੰਤਾਂ ਨੂੰ। ਉਹ ਇੰਟਰਵਿਊ ਲੱਭ ਕੇ ਤੁਸੀਂ ਸੁਣਿਓ ਜ਼ਰੂਰ, ਤੁਹਾਨੂੰ ਪਤਾ ਲੱਗੂਗਾ। ਜਥੇਦਾਰ ਸੰਤੋਖ ਸਿੰਘ ਦੀ ਐਡੀ ਤਾਕਤ ਸੀ ਕਿ ਉਹ ਸੰਤਾਂ ਤੇ ਇੰਦਰਾ ਨੂੰ ਕਿਸੇ ਕਾਮਨ ਗਰਾਊਂਡ ਤੇ ਲਿਆ ਸਕਦੇ ਸੀਗੇ। ਉਸ ਜੇ ਮੈਂ ਤੁਹਾਡੇ ਸਵਾਲ ਦਾ ਜਵਾਬ ਉਹਨਾਂ ਦੀ ਡੈਥ ਦੀ ਸਪੀਚ ਬਣਦੀ ਹੈ ਜਥੇਦਾਰ ਜੀ ਦੀ, ਕਿ ਜੇ ਇੰਦਰਾ ਦੇ ਹੱਥ 'ਚ ਖੇਲਦੇ ਹੁੰਦੇ ਤੇ ਫਿਰ ਉਹਦੀ ਡੈਥ ਦੇ ਉੱਤੇ ਜਿੱਦਾਂ ਉਹਨਾਂ ਨੇ ਸੰਤਾਂ ਦਾ ਸਾਥ ਦਿੱਤਾ ਨਿਰੰਕਾਰੀ ਮਰਡਰ ਕੇਸ ਦੇ ਵਿੱਚ, ਜਿਵੇਂ ਉਹਨਾਂ ਨੇ ਸਟੈਂਡ ਲਿਆ, ਭਾਵੇਂ ਭਾਈ ਰਣਜੀਤ ਸਿੰਘ ਨਾਲ ਰਿਹਾ ਜਾਂ ਜਿਹੜੇ ਬੰਦੇ ਪਿੱਛੋਂ ਸੀਗੇ, ਤੇ ਫਿਰ ਉਹਨਾਂ ਉਹ ਇਹਦਾ ਮਤਲਬ ਇੰਦਰਾ ਗਾਂਧੀ ਦੀ ਗੱਲ ਉਹਨਾਂ ਨੇ ਜਿੱਥੇ ਨਹੀਂ ਮੰਨੀ, ਉੱਥੇ ਗਿਆਨੀ ਜੀ ਨੂੰ ਮੌਕਾ ਮਿਲ ਗਿਆ ਕਿ ਬਈ ਅਸੀਂ ਸੰਤੋਖ ਸਿੰਘ ਨੂੰ ਕਿਸੇ ਤਰੀਕੇ ਐਲੀਮੀਨੇਟ ਕਰੀਏ। ਇਹ ਮੈਂ ਤਾਂ ਪੁੱਛ ਰਿਹਾ, ਤੁਹਾਡਾ ਪਰਿਵਾਰ ਜਥੇਦਾਰ ਸੰਤੋਖ ਸਿੰਘ ਇੰਦਰਾ ਦੇ ਕਲੋਜ਼ ਰਹੇ, ਤੁਸੀਂ ਬਹੁਤ ਵੱਡੇ ਗਵਾਹ ਹੋ। ਅੱਜ ਜਦੋਂ ਕੌਮ ਦੇ ਵਿੱਚ ਇਹ ਸਵਾਲ ਆਉਂਦਾ ਹੈ ਤਾਂ ਇਸ ਗੱਲ ਦੀ ਕਲੈਰਿਟੀ ਹਰ ਕੋਈ ਚਾਹੁੰਦਾ ਹੈ ਕਿ ਕੀ ਸੰਤਾਂ ਨੂੰ ਪਿੱਛੋਂ ਪਹਿਲਾਂ ਇੰਦਰਾ ਦੀ ਬੈਕਿੰਗ ਸੀ ਤੇ ਬਾਅਦ ਦੇ ਵਿੱਚ ਸੰਤ ਉਹਨਾਂ ਤੋਂ ਇੰਦਰਾ ਤੋਂ ਬਾਗੀ ਹੋਏ? ਕੀ ਸਟੇਟ ਨੇ ਸੰਤਾਂ ਨੂੰ ਖੜਾ ਕੀਤਾ ਜਾਂ ਸੰਤ ਆਪ ਮੁਹਾਰੇ ਜੋ ਟਕਸਾਲ ਦੀ ਰਵਾਇਤ ਚੱਲਦੀ ਆਈ ਸੀ ਉਸ ਤਰੀਕੇ ਨਾਲ ਅੱਗੇ ਵਧੇ? ਸੰਤਾਂ ਦਾ ਜਿਹੜਾ ਮੈਂ ਸਮਝਦਾ ਇਸ ਪਾਸੇ ਵਾਲੀ ਜਿਹੜੀ ਜਨਮ ਹੈ ਉਹ ਨਿਰੰਕਾਰੀ ਮੂਵਮੈਂਟ ਨੇ ਦਿੱਤੀ ਹੈ, ਜਿਹੜੀ 13 ਅਪ੍ਰੈਲ ਉੱਥੇ 5 ਨਵੰਬਰ 78 'ਚ ਦਿੱਲੀ, ਤੇ ਉਹਦੇ ਵਿਚਕਾਰ ਮੈਨੂੰ ਡੇਟ ਯਾਦ ਨਹੀਂ, ਮਈ ਜੂਨ 'ਚ ਕਾਨਪੁਰ ਜਿਹੜੀ ਹੋਈ ਸੀਗੀ। ਇੰਦਰਾ ਗਾਂਧੀ ਦੀ ਕਿਸੇ ਕਿਸਮ ਦੀ ਸਪੋਰਟ ਸੰਤਾਂ ਨੂੰ ਨਹੀਂ ਸੀ। ਜੇ ਇਹਨਾਂ ਦੀ ਕੋਈ ਨਾ ਕੋਈ ਸਪੋਰਟ ਹੁੰਦੀ ਤੇ ਕੋਈ ਨਾ ਕੋਈ ਰਾਹ ਵੀ ਨਿਕਲ ਆਉਂਦਾ। ਈਵਨ ਜਥੇਦਾਰ ਜੀ ਦੀ ਡੈਥ ਤੋਂ ਬਾਅਦ, ਗੋਲਡਨ ਟੈਂਪਲ ਇਲੈਕਸ਼ਨ ਤੋਂ ਬਾਅਦ ਇੱਕ ਸਟੇਜ ਆਈ ਸੀਗੀ ਜਿੱਥੇ ਇੱਕ ਸਮਝੌਤਾ ਆਪੋ 'ਚ ਬਣ ਗਿਆ ਸੀਗਾ, ਜਿਹਦੇ 'ਚ ਲੋਂਗੋਵਾਲ ਜੀ ਵੀ ਤਿਆਰ ਸੀਗੇ, ਸੰਤ ਭਿੰਡਰਾਲੇ ਵੀ ਤਿਆਰ ਸੀ, ਇੱਧਰੋਂ ਇੰਦਰਾ ਗਾਂਧੀ ਨੇ ਵੀ ਹਾਂ ਦੇ ਦਿੱਤੀ ਸੀਗੀ। ਲੇਕਿਨ ਉਹ ਡਰਾਫਟ ਬਣਿਆ ਪਲੇਨ ਖੜੇ ਰਹਿ ਗਏ, ਉਹ ਸਮਝੌਤੇ ਤੇ ਸਾਈਨ ਨਹੀਂ ਹੋਏ, ਇੰਦਰਾ ਗਾਂਧੀ ਬੈਕਆਊਟ ਕਰ ਗਈ। ਉਹਦਾ ਕਾਰਨ ML ਫੋਤੇਦਾਰ, ਅਰੁਣ ਨਹਿਰੂ ਔਰ ਅਰੁਣ ਸਿੰਘ, ਇਹ ਜਿਹੜੀ ਕਸ਼ਮੀਰੀ ਲੌਬੀ ਸੀਗੀ, ਇਹਨਾਂ ਨੇ ਇੰਦਰਾ ਨੂੰ ਫੈਸਲਾ ਨਹੀਂ ਕਰਨ ਦਿੱਤਾ। ਇਹ ਫੈਸਲਾ ਜਥੇਦਾਰ ਜੀ ਦੀ ਡੈਥ ਤੋਂ ਬਾਅਦ ਹੀ, ਹੁਣ 81 'ਚ ਜਥੇਦਾਰ ਜੀ ਦੀ ਡੈਥ ਹੋ ਜਾਂਦੀ ਹੈ, ਸਾਡੇ ਤੇ ਰਿਲੇਸ਼ਨ 82 ਤੋਂ ਬਾਅਦ ਇੰਦਰਾ ਨਾਲ ਵਿਗੜਨੇ ਸ਼ੁਰੂ ਹੁੰਦੇ। ਜੇ ਮੈਂ ਕੌਮੀ ਪੱਧਰ ਤੇ ਗੱਲ ਕਰਾਂ, ਮੈਂ ਸਮਝਦਾ ਜਦ ਤੱਕ ਜਥੇਦਾਰ ਜੀ ਜੀਂਦੇ ਰਹੇ ਕਿ ਸੰਤਾਂ ਦੀ ਰਿਹਾਈ ਮਹੀਨੇ 'ਚ ਕਰਾ ਲੈਣੀ, ਇਹ ਵੀ ਜਥੇਦਾਰ ਜੀ ਨੂੰ ਕ੍ਰੈਡਿਟ ਜਾਂਦਾ। ਉਹ ਫੋਟੋ ਹੈਗੀ ਹੈ ਤੁਹਾਡੇ ਕੋਲ, ਜਦੋਂ ਫਿਰੋਜ਼ਪੁਰ ਜੇਲ੍ਹ ਦੇ ਬਾਅਦ ਟੌੜਾ ਸਾਹਿਬ ਵੀ ਖੜੇ ਆ, ਇਹ ਜਥੇਦਾਰ ਜੀ ਵੀ ਖੜੇ ਆ। ਮੈਂ ਸਮਝਦਾ ਵਾਂ ਕਿ ਸੰਤ ਕਿਸੇ ਦੇ ਹੱਥ 'ਚ ਨਹੀਂ ਖੇਡੇ, ਸੰਤ ਕਿਸੇ ਸਰਕਾਰ ਵੱਲੋਂ ਥੋਪੇ ਨਹੀਂ ਗਏ ਸੀਗੇ, ਸੰਤ ਆਪਣਾ ਏਜੰਡਾ ਲੈ ਕੇ ਚੱਲੇ ਸੀਗੇ। ਔਰ ਉਸ ਏਜੰਡੇ ਦੇ ਵਿੱਚ ਇੰਨਾ ਕੁ ਕਨਫਲਿਕਟ ਹੋਇਆ ਕਿ ਗਵਰਨਮੈਂਟ ਨੂੰ ਇਹ ਸਮਝ ਆ ਗਈ ਕਿ ਅੱਜ ਅਸੀਂ ਟੈਂਕ ਚਾੜ ਦਈਏ ਦਰਬਾਰ ਸਾਹਿਬ ਦੇ ਉੱਤੇ ਤੇ ਅਸੀਂ ਹਿੰਦੁਸਤਾਨ 'ਚ ਵੋਟਾਂ ਲੈ ਜਾਵਾਂਗੇ। ਔਰ ਉਹ ਹੋਇਆ, ਉਹਦੇ 'ਚ ਇੰਦਰਾ ਵੀ ਮਰੀ ਕਿ ਰਾਜੀਵ ਗਾਂਧੀ 406 ਕਿ 410 ਸੀਟਾਂ ਲੈ ਕੇ ਜਿੱਤਦਾ ਹੈ। ਜਦੋਂ ਇੰਦਰਾ ਗਾਂਧੀ 71 ਦੀ ਜੰਗ ਜਿੱਤਦੀ ਹੈ ਤੇ ਵਾਜਪਾਈ ਜੀ ਆਖਦੇ ਨੇ ਕਿ ਇੰਡੀਆ ਇਜ਼ ਇੰਦਰਾ, ਇੰਦਰਾ ਇਜ਼ ਇੰਡੀਆ, ਤਾਂ ਵੀ ਉਹ 400 ਤੋਂ ਵੱਧ ਸੀਟਾਂ ਨਹੀਂ ਲੈ ਕੇ ਜਾਂਦੀ। ਜਦੋਂ ਨਹਿਰੂ ਮਹਾਤਮਾ ਗਾਂਧੀ ਦੇ ਆਸ਼ੀਰਵਾਦ ਦਾ ਕੱਲੀ ਪਾਰਟੀ ਸੀ ਆਫਟਰ ਪਾਰਟੀਸ਼ਨ, ਉਹ 400 ਤੋਂ ਵੱਧ ਸੀਟਾਂ ਨਹੀਂ ਲੈ ਕੇ ਜਾਂਦੀ। ਤੇ ਇਹ ਕਿੱਦਾਂ ਲੈ ਗਏ? ਮੁਲਕ ਨੂੰ ਡਿਵਾਈਡ ਕੀਤਾ ਗਿਆ। ਪਰ ਜਥੇਦਾਰ ਜੀ ਦੀ ਮੌਤ ਦਾ ਫਾਇਦਾ ਕਿਹਨੂੰ ਹੋਇਆ? ਜਥੇਦਾਰ ਜੀ ਦੀ ਮੌਤ ਦਾ ਫਾਇਦਾ ਗਿਆਨੀ ਜ਼ੈਲ ਸਿੰਘ ਨੂੰ ਹੋਇਆ। ਜਥੇਦਾਰ ਜੀ ਦੀ ਮੌਤ ਦਾ ਫਾਇਦਾ ਉਸ ਵੇਲੇ ਦੀ ਅਕਾਲੀ ਲੀਡਰਸ਼ਿਪ ਜਿਹੜੀ ਜਥੇਦਾਰ ਜੀ ਨੂੰ ਖਤਮ ਕਰਨਾ ਚਾਹੁੰਦੀ ਸੀ, ਟੌੜਾ ਸਾਹਿਬ, ਬਾਦਲ ਸਾਹਿਬ, ਇਹ ਹੁਣ ਇਹ ਆਪੋ 'ਚ ਦੁਸ਼ਮਣ ਸੀ ਨਾ, ਲੇਕਿਨ ਇੱਕ ਤੀਜੇ ਦੁਸ਼ਮਣ ਨੂੰ ਮਾਰਨ ਲਈ ਹੋ ਸਕਦਾ ਕਿ ਇਹਨਾਂ ਦੀ ਕੋਈ ਨਾ ਕੋਈ ਸੁਰ ਰਲਦੀ ਹੋਵੇ। ਇਹਦੇ ਸਿਆਸਤ ਦੇ ਵਿੱਚ ਅਸੂਲ ਹੈ ਕਿ ਅੱਜ ਅਸੀਂ ਇੰਨਾ ਕੁ ਸਮਝੌਤਾ ਕਰ ਲਈ, ਅੱਗੇ ਚੱਲ ਕੇ ਹੋਰ ਚੱਲਾਂਗੇ। ਸੋ ਮੈਨੂੰ ਅੱਜ 42 ਸਾਲ ਹੋ ਗਏ ਨੇ, ਮੈਂ ਆਪਣੇ ਪਿਤਾ ਦੇ ਮਰਡਰ ਦਾ ਕੌਨਸਪੀਰੇਸੀ ਔਰ ਉਸ ਜਗ੍ਹਾ ਤੱਕ ਨਹੀਂ ਪਹੁੰਚ ਸਕਿਆ ਕਿ ਕਿਹਨਾਂ ਹਾਲਾਤਾਂ 'ਚ ਕੰਮ ਕੀਤਾ।
ਤੁਹਾਨੂੰ ਧਮਕਾਉਂਦੇ ਰਹੇ ਆ, ਕਦੇ ਕੋਈ ਤੁਹਾਡੇ ਲਈ ਤਕਲੀਫ ਵੀ ਪੈਦਾ ਕੀਤੀ? ਬੜੀਆਂ ਤਕਲੀਫਾਂ ਪੈਦਾ ਕੀਤੀਆਂ ਗਿਆਨੀ ਜ਼ੈਲ ਸਿੰਘ ਨੇ। ਮੈਂ ਅਕਾਲੀ ਦਲ ਦਾ, ਕਿਉਂਕਿ ਸੰਤਾਂ ਭਿੰਡਰਾਂ ਵਾਲਿਆਂ ਨੇ ਜਥੇਦਾਰ ਜੀ ਦੇ ਭੋਗ ਤੇ, ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਕਿ 3 ਜਨਵਰੀ 1982 ਨੂੰ ਭੋਗ ਪੈਣਾ ਸੀ, 15 ਦਿਨ ਬਾਅਦ 21 ਦਸੰਬਰ ਤੋਂ। ਤੇ ਸੰਤਾਂ ਦਾ ਮੈਨੂੰ ਫੋਨ ਆ ਗਿਆ ਭਿੰਡਰਾਂ ਵਾਲਿਆਂ ਦਾ ਕਿ ਮੈਂ ਦਸਤਾਰ ਵੀ ਦੇਣੀ ਹੈ ਤੇ ਮੈਂ ਅਰਦਾਸ ਵੀ ਕਰੂੰਗਾ। ਗਿਆਨੀ ਜੀ ਮੈਨੂੰ ਇੱਕ ਦਿਨ ਪਹਿਲੇ 2 ਨੂੰ ਆਪਣੀ ਕੋਠੀ ਬੁਲਾ ਲੈਂਦੇ ਹੈ ਕਿ ਸੰਤਾਂ ਨੂੰ ਮਨਾ ਕੀਤਾ ਜਾਵੇ। ਮੈਂ ਡਿਟੇਲ 'ਚ ਨਹੀਂ ਜਾਣਾ, ਮੈਂ ਅੱਗੇ ਤੁਹਾਨੂੰ ਇੰਟਰਵਿਊ 'ਚ ਦੱਸਿਆ ਹੋਇਆ ਕਿ ਸੰਤਾਂ ਨੂੰ ਮਨਾ ਕਰੋ। ਤੇ ਮੈਂ ਗਿਆਨੀ ਜੀ ਨੂੰ ਆਖਦਾ, ਗਿਆਨੀ ਜੀ ਮੇਰੇ ਘਰ ਵਿਆਹ ਰੱਖਿਆ ਕਿ ਮੈਂ ਇਨਵਾਈਟ ਕੀਤਾ। ਸੰਤ ਜਰਨੈਲ ਸਿੰਘ ਆਉਣਾ ਚਾਹੁੰਦੇ ਨੇ, ਉਹਨੇ ਅਰਦਾਸ ਵੀ ਕਰਨੀ ਹੈ, ਟਕਸਾਲ ਵੱਲੋਂ ਦਸਤਾਰ ਵੀ ਦੇਣੀ ਹੈ। ਉਹ ਸਾਰੀ ਗੱਲ ਇੱਕ ਮਾਗ ਟੱਲੀ ਦੀ ਕਿਤਾਬ ਹੈ, ਉਹਦੇ 'ਚ ਵੀ ਸਾਰਾ ਕੁਝ ਮੈਂਸ਼ਨ ਹੋਇਆ ਹੈ। ਤੇ ਮੈਂ ਕਿਹਾ ਗਿਆਨੀ ਜੀ ਮੈਂ ਮਨਾ ਨਹੀਂ ਕਰ ਸਕਦਾ। ਗਿਆਨੀ ਜੀ ਕਹਿੰਦੇ ਸਵੇਰੇ ਲੈਕਚਰ ਨਾ ਕਰਾਉਣਾ। ਮੈਂ ਕਿਹਾ ਜੀ ਲੈਕਚਰ ਨਹੀਂ ਹੋਣੇ, ਡਾਕਟਰ ਜਸਪਾਲ ਸਿੰਘ ਕੋਲ ਸਟੇਜ ਆ, ਲੈਕਚਰ ਸ਼ਾਮੀ ਲੱਖੀ ਸ਼ਾਹ ਮਜਾਰਾ ਹਾਲ 'ਚ ਹੋਣਗੇ। ਉਸ ਤੋਂ ਬਾਅਦ ਸੰਤ ਮੈਨੂੰ ਸਰੋਪਾ ਦਿੰਦੇ ਨੇ। ਮੇਰੇ ਮਦਰ ਨਹੀਂ ਮੰਨ ਰਹੇ ਸੀ, ਮੇਰੀ ਫੈਮਿਲੀ ਨਹੀਂ ਮੰਨ ਰਹੇ ਸੀ ਕਿ ਜਥੇਦਾਰ ਸੰਤੋਖ ਸਿੰਘ ਦੀ ਜਗ੍ਹਾ ਮਨਜੀਤ ਸਿੰਘ ਸਿਆਸਤ ਦੇ ਵਿੱਚ ਅੱਗੇ ਲਿਆਉਣਾ। ਉਹਦੇ ਬਾਅਦ ਮੈਂ ਯੂਥ ਅਕਾਲੀ ਦਲ ਕਦੀ ਕਿਸੇ ਨੇ ਨਹੀਂ ਬਣਾਇਆ ਸੀ। ਸਭ ਤੋਂ ਪਹਿਲਾਂ ਯੂਥ ਅਕਾਲੀ ਦਲ ਮੈਂ ਬਣਾਇਆ, ਜਿਹੜਾ ਜਥੇਦਾਰੀ ਦਾ ਅਕਾਲੀ ਦਲ ਸੀ ਮਾਸਟਰ ਤਾਰਾ ਸਿੰਘ, ਉਸ ਨਾਂ 'ਤੇ ਮੈਂ ਯੂਥ ਅਕਾਲੀ ਦਲ ਬਣਾਇਆ। ਗਿਆਨੀ ਜੀ ਨੇ ਰਾਤੋਂ ਰਾਤ ਜਿੱਥੇ ਮੇਰੇ ਲੈਟਰ ਪੈਡ ਛਪ ਰਹੇ ਸੀ ਉਹ ਗਾਇਬ ਕਰਾ ਕੇ ਜਥੇਦਾਰ ਰਛਪਾਲ ਸਿੰਘ ਨੂੰ ਇੱਕ ਨਵਾਂ ਮਾਸਟਰ ਅਕਾਲੀ ਦਲ ਬਣਵਾ ਕੇ ਉਹਨਾਂ ਕੋਲੋਂ ਯੂਥ ਅਕਾਲੀ ਦਲ ਦਾ ਪ੍ਰੈਜ਼ੀਡੈਂਟ ਰਜਿੰਦਰ ਸਿੰਘ ਡੋਲੀ ਨੂੰ ਡਿਕਲੇਅਰ ਕਰਾ ਦਿੱਤਾ ਜਾਂਦਾ ਹੈ। ਮੇਰੇ ਤੋਂ ਬਾਅਦ ਅਕਾਲੀ ਦਲ ਬਣਾਉਂਦਾ ਚੰਦੂ ਮਾਜਰਾ ਪਹਿਲਾ ਯੂਥ ਅਕਾਲੀ ਦਲ ਦਾ ਪ੍ਰਧਾਨ ਬਣਦਾ 1982-83 ਦੇ ਵਿੱਚ। ਉਸ ਤੋਂ ਪਹਿਲੇ ਅਕਾਲੀ ਦਲ 'ਚ ਯੂਥ ਅਕਾਲੀ ਦਲ ਦਾ ਕੋਈ ਕਨਸੈਪਟ ਨਹੀਂ ਸੀਗਾ ਤੇ ਮੈਨੂੰ ਉੱਥੋਂ ਰੋਕਿਆ ਜਾਂਦਾ। ਫਿਰ ਮੇਰੇ ਉੱਤੇ NSA ਦੀ ਤਿਆਰੀ ਕਰ ਦਿੱਤੀ ਜਾਂਦੀ ਹੈ। ਇੱਕ ਮਰਡਰ ਹੁੰਦਾ, ਮਨਚੰਦਾ ਸਾਡਾ ਪ੍ਰਧਾਨ ਜਥੇਦਾਰੀ ਤੋਂ ਬਾਅਦ ਸੀ, ਉਹਦੇ ਕੇਸ 'ਚ ਮੈਨੂੰ ਪਾ ਦਿੱਤਾ ਜਾਂਦਾ। 1985 'ਚ ਜਿਹੜੇ ਟਰਾਂਜ਼ਿਸਟਰ ਬੰਬ ਚੱਲਦੇ ਨੇ ਉਹ ਮੇਰੇ ਤੇ ਲਾ ਦਿੱਤੇ ਜਾਂਦੇ ਨੇ। ਭਿੰਡਰਾਂ ਵਾਲਿਆਂ ਦੇ ਮੈਨੂੰ ਫੋਨ ਆਉਂਦੇ ਨੇ ਕਿ ਤੁਸੀਂ ਨਿਰੰਕਾਰੀ ਮਰਡਰ ਕੇਸ 'ਚ ਕੁੰਦਨ ਸਿੰਘ ਦੀ ਜ਼ਮਾਨਤ ਦੇਣੀ ਹੈ। ਬੰਬੇ ਵਾਲੇ ਦੀ ਟਰਾਂਸਪੋਰਟਰ ਸੀਗੇ, ਬਜ਼ੁਰਗ ਹੋ ਗਏ, ਹੁਣ ਵਾਲੇ ਵੀ ਹੈਗੇ ਨੇ। ਮੈਂ ਕਹਿੰਦਾ ਸੰਤ ਜੀ ਮੈਨੂੰ ਫੋਨ ਕਿਉਂ ਕਰਦੇ ਹੋ, ਮੇਰਾ ਫੋਨ ਟੇਪ ਹੈ, ਤੁਹਾਡਾ ਟੇਪ ਹੈ। ਕਹਿੰਦੇ ਤੂੰ ਡਰਿਆ ਨਾ ਕਰ, ਜ਼ਮਾਨਤੀ 20,000 ਦੇ 2 ਤਿਆਰ ਕਰ, 30,000 'ਚ ਉਹਦੀ ਜ਼ਮਾਨਤ ਦੇਣੀ ਹੈ। ਅਸੀਂ ਉਹਦੀ ਜ਼ਮਾਨਤ ਦਿੰਦੇ ਹਾਂ। ਇਹ ਸਾਰੀਆਂ ਚੀਜ਼ਾਂ ਪੁਲਿਸ ਆਪਣੇ ਰਿਕਾਰਡ ਤੇ ਲੈ ਲੈਂਦੀਆਂ ਨੇ ਕਿ ਮੇਰੀ ਜਿਹੜੀ ਹੈ ਟੈਰਰਿਸਟਾਂ ਦੇ ਨਾਲ ਹੌਬਨੌਬਿੰਗ ਹੈ ਔਰ ਮੇਰੇ ਉੱਤੇ NSA ਦਾ ਪਰਚਾ ਦਿੱਤਾ ਜਾਂਦਾ, ਮੇਰਾ ਪਾਸਪੋਰਟ ਇੰਪਾਊਂਡ ਹੁੰਦਾ। ਮੈਨੂੰ ਹਰ ਤਰੀਕੇ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਗਈ, ਲੇਕਿਨ ਨਾ ਮੈਂ ਦਬਿਆ ਨਾ ਮੈਂ ਭੱਜਿਆ ਔਰ ਹਰੇਕ ਚੋਂ ਨਿਕਲ ਗਿਆ। ਫਿਰ ਮੁਲਾਕਾਤ ਹੋਈ, ਆਖਰੀ ਸਵਾਲ ਹੈ ਮੇਰਾ, ਕਦੇ ਗਿਆਨੀ ਜ਼ੈਲ ਸਿੰਘ ਦੇ ਨਾਲ? ਗਿਆਨੀ ਜ਼ੈਲ ਸਿੰਘ ਨਾਲ ਕਿਸੇ ਪ੍ਰੋਗਰਾਮ 'ਚ, ਮੈਂ ਤੁਹਾਨੂੰ ਮੈਂ ਕਿਹਾ 1 ਸਾਲ ਦੇ ਬਾਅਦ ਤੇ ਮੇਰੀ ਐਨਵਰਸਰੀ ਤੇ ਆ ਜਾਂਦੇ ਨੇ ਜਿੱਥੇ ਮੈਂ ਨਹੀਂ ਬੁਲਾਉਣਾ ਚਾਹੁੰਦਾ। ਮੈਂ ਉੱਥੇ ਕੀ ਕਰ ਸਕਦਾ ਸੀ? ਰਾਸ਼ਟਰਪਤੀ। ਉਸ ਤੋਂ ਬਾਅਦ ਜਦੋਂ ਕਲੈਰਿਟੀ ਹੋ ਜਾਂਦੀ ਹੈ, ਤੁਹਾਡੇ ਤੇ ਕੇਸਸ ਪੈਂਦੇ ਹੈ ਕਿ ਜਦੋਂ ਇੰਨੀ ਖਟਾਸ ਆ ਜਾਂਦੀ ਹੈ, ਫਿਰ ਕਦੇ ਆਮੋ ਸਾਹਮਣੀ ਗੱਲਬਾਤ ਹੋਈ ਹੈ? ਤੁਸੀਂ ਕਹਿ ਸਕੇ ਉਹਨਾਂ ਨੂੰ ਕਿ ਗਿਆਨੀ ਜੀ ਤੁਸੀਂ ਇਹ ਕੀਤਾ? ਨਹੀਂ, ਇਹ ਸਾਡੀ ਕਦੀ ਆਮਣੇ ਸਾਹਮਣੇ ਗੱਲਬਾਤ ਨਹੀਂ ਹੋਈ, ਕਿਉਂਕਿ ਅਸੀਂ ਉਹਨਾਂ ਨੂੰ ਇੱਕਦਮ ਹੀ ਸਾਈਡਲਾਈਨ ਕਰ ਦਿੱਤਾ ਸੀ। ਅਰਦਾਸ ਜ਼ਰੂਰ ਕਰਦਾ ਸੀਗਾ ਕਿ ਸੱਚੇ ਪਾਤਸ਼ਾਹ ਜੋ ਇਹਨਾਂ ਨੇ ਕੀਤਾ ਇਹਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ। ਔਰ ਮੈਨੂੰ ਲੱਗਦਾ ਹੈ ਸਜ਼ਾ 1984 'ਚ ਮਿਲੀ ਹੈ ਕਿ ਗਿਆਨੀ ਜੀ ਨੇ ਜਿੱਥੇ ਕੋਈ ਨੀਂਹ ਪੱਥਰ ਗੁਰਦੁਆਰਿਆਂ 'ਚ ਰੱਖੇ ਸੀ ਐਜ਼ ਏ ਹੋਮ ਮਿਨਿਸਟਰ, ਐਜ਼ ਏ ਰਾਸ਼ਟਰਪਤੀ, ਲੋਕਾਂ ਨੇ ਉਹ ਨੀਂਹ ਪੱਥਰ ਤੋੜਤੇ ਸੀ। ਜਦੋਂ ਦਰਬਾਰ ਸਾਹਿਬ, ਮੈਂ ਦਿੱਲੀ ਦੀ ਗੱਲ ਕਰ ਰਿਹਾ, ਪੰਜਾਬ ਦੀ ਨਹੀਂ, ਸਾਡੇ ਗ੍ਰੇਟ ਕੈਲਾਸ਼ ਗੁਰਦੁਆਰੇ 'ਚ ਨੀਂਹ ਪੱਥਰ ਰੱਖਿਆ ਸੀ ਉਹਨਾਂ ਨੇ, ਉਹ ਵੀ ਤੋੜਿਆ ਗਿਆ ਸੀਗਾ। ਗਿਆਨੀ ਜੀ ਨੇ ਜਿਹੜਾ ਨੀਂਹ ਪੱਥਰ ਰੱਖਿਆ ਸੀਗਾ ਕਿਸੇ ਹਸਪਤਾਲ ਦਾ, ਕਿਸੇ ਸਕੂਲ ਦਾ, ਕਿਸੇ ਹੋਰ ਜਗ੍ਹਾ ਦਾ। ਇੱਕ ਆਖਰੀ ਸਵਾਲ ਹੈ, ਇੱਕ ਬਹੁਤ ਇੰਪੋਰਟੈਂਟ ਇੰਡੀਅਨ ਐਕਸਪ੍ਰੈਸ ਦੀ ਕਟਿੰਗ ਹੈ ਜਿਹਦੇ 'ਚ ਸੰਤ ਜ਼ਿਕਰ ਕਰ ਰਹੇ ਆ ਹਿੰਦੂਆਂ ਨੂੰ ਮਾਰਨ ਵਾਲੇ ਬਿਆਨ ਦਾ। ਇਹ ਕੀ ਸੀਗਾ? ਇਹ ਬਿਆਨ ਕਿਉਂ ਦਿੱਤਾ ਗਿਆ ਸੀ? ਇਸ ਬਾਰੇ ਤੁਹਾਨੂੰ ਕੋਈ ਜਾਣਕਾਰੀ ਹੈ? ਦੇਖੋ, ਇਸ ਬਿਆਨ ਦੇ ਉੱਤੇ ਤੇ ਮੈਂ ਇੱਕ ਕਟਿੰਗ ਹੈ ਇੰਡੀਅਨ ਐਕਸਪ੍ਰੈਸ ਦੇ ਵਿੱਚ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਮੈਂ ਹਿੰਦੂਆਂ ਦੀ ਇੱਜ਼ਤ ਕਰਦਾ, ਜਿਹੜੇ ਹਿੰਦੂ ਤੰਬਾਕੂ ਦਾ ਨਸ਼ਾ ਜਾਂ ਦੂਜਾ ਨਸ਼ਾ ਨਹੀਂ ਕਰਦੇ ਉਹਨਾਂ ਨੂੰ ਸਰੋਪਾ ਵੀ ਦਿੱਤਾ ਜਾਣਾ ਚਾਹੀਦਾ, ਸਾਡੀ ਸਾਂਝ ਹੋਣੀ ਚਾਹੀਦੀ ਹੈ। ਹਾਂ, ਇਹ ਜਿਹੜਾ ਬਿਆਨ ਦਿੱਤਾ ਸੀ, ਭਾਈ ਅਮਰੀਕ ਸਿੰਘ ਦੇ ਮਾਤਾ ਇੱਕ ਬੱਸ 'ਚ ਜਾ ਰਹੇ ਸਨ, ਕੁਝ ਸਿੰਘ ਸਨ, ਉਹਨਾਂ ਨੂੰ ਮੁਕਤਸਰ ਅਰੈਸਟ ਕਰ ਲਿੱਤਾ ਜਾਂਦਾ, ਬੱਸ ਨੂੰ ਰੋਕ ਲਿਆ ਜਾਂਦਾ। ਸੰਤ ਫੋਨ ਕਰਦੇ ਨੇ SP ਨੂੰ, DC ਨੂੰ, ਗਵਰਨਰ ਨਾਲ ਗੱਲ ਕਰਦੇ ਨੇ, ਕੋਈ ਉਹਦਾ ਹੁੰਦਾ ਨਹੀਂ। ਕਿਉਂਕਿ ਇਸ ਤੋਂ ਅਗਲੇ ਦਿਨ ਮੈਂ ਸੰਤਾਂ ਕੋਲ ਖੁਦ ਲੜਨ ਗਿਆ ਕਿ ਤੁਸੀਂ ਇਹ ਬਿਆਨ ਕਿਉਂ ਦਿੱਤਾ ਕਿ 5000 ਹਿੰਦੂ ਮਾਰ ਦਿਆਂਗੇ। ਉਹ ਕਹਿੰਦੇ ਨੇ ਕਿ ਮੈਂ ਸਾਰਾ ਕੁਝ ਕੀਤਾ ਲੇਕਿਨ ਮੇਰੀ ਗੱਲ ਨਹੀਂ ਕਿਸੇ ਸੁਣੀ। ਮੈਂ ਕਿਹਾ ਉਹਨਾਂ ਨੇ ਕਿਹਾ ਸੰਤਾਂ ਨੇ ਬੀਬੀ ਮਾਤਾ ਦੇ ਖਿਲਾਫ ਕੋਈ ਤੁਹਾਡੇ ਕੋਲ FIR, ਕੋਈ ਕੰਪਲੇਂਟ, ਕੋਈ ਹੋਰ ਚੀਜ਼ ਹੈ ਵੇ? ਕਹਿੰਦੇ ਨਹੀਂ। ਕਹਿੰਦੇ ਪਰ ਆਰਡਰ ਹੈ ਕਿ ਇਹਨੂੰ ਛੱਡਣਾ ਨਹੀਂ। ਕਹਿੰਦੇ ਕੋਈ ਗੱਲ ਨਹੀਂ। ਰਘੁਨੰਦਨ ਲਾਲ ਭਾਟੀਆ ਇਹ ਮੈਨੂੰ ਗੱਲ ਦੱਸੀ
ਇੰਦਰਪਾਲ ਜੀ ਹੈਗੇ ਨੇ ਜਿਹੜੇ ਆਪਣੇ ਸਟੱਡੀ ਸਰਕਲ ਵਾਲੇ, ਹੂੰ। ਉਹ ਕਹਿੰਦੇ ਮੈਂ ਮੌਜੂਦ ਸੀਗਾ ਜਿਸ ਦਿਨ ਸੰਤਾਂ ਨੇ ਐਕਸਪਲੇਨੇਸ਼ਨ ਦਿੱਤਾ ਅਗਲੇ ਦਿਨ ਕਿ ਮੈਂ ਸਾਰੇ ਹੀਲੇ ਜੋੜ ਲਾ ਲਏ। ਰਘੁਨੰਦਨ ਲਾਲ ਭਾਟੀਆ ਨਾਲ ਮੇਰੀ ਗੱਲ ਸੀ, ਮੈਨੂੰ ਕਿਹਾ ਵੀ ਤੂੰ ਇਦਾਂ ਹੋ ਰਿਹਾ, ਇਹ ਗਲਤ ਹੋ ਰਿਹਾ, ਇਹਨੂੰ ਛੁਡਵਾ। ਉਹ ਕਹਿੰਦਾ ਜੀ ਮੈਂ ਹੁਣੇ ਛੁਡਵਾ ਦੇਣਾ। 2 ਘੰਟੇ ਬਾਅਦ ਉਹਨੇ ਹੱਥ ਖੜੇ ਕਰਤੇ, ਮੇਰੇ ਵਾਸਤੇ ਗੱਲ ਨਹੀਂ, ਮੈਂ ਨਹੀਂ ਛੱਡ ਸਕਦਾ। ਕਹਿੰਦੇ ਫਿਰ ਮੈਂ ਬਿਆਨ ਦਿੱਤਾ ਕਿ ਮੈਂ 5000 ਹਿੰਦੂ ਮਾਰ ਦਿਆਂਗਾ। ਮੇਰੀ ਕਦੀ ਇੰਟੈਂਸ਼ਨ ਮਾਰਨ ਦੀ ਨਹੀਂ ਸੀ, ਲੇਕਿਨ ਮੈਨੂੰ ਪਤਾ ਸੀ ਕਿ ਇਹਨਾਂ ਨੂੰ ਇੰਜੈਕਸ਼ਨ ਉੱਥੇ ਲਾਵਾਂ ਜਿੱਥੇ ਇਹਨਾਂ ਨੂੰ ਤਕਲੀਫ ਹੋਵੇ। ਕਹਿੰਦੇ ਘੰਟੇ ਬਾਅਦ ਬੱਸ ਛੱਡਤੀ, ਘੰਟੇ ਬਾਅਦ ਮਾਤਾ ਜੀ ਨੂੰ ਘਰ ਪਹੁੰਚਾਤਾ ਉਹਨਾਂ ਨੇ। ਮੈਂ ਸਮਝਦਾ ਕਿ ਸੰਤਾਂ ਨੇ ਇਹ ਹਥਿਆਰ ਉਦੋਂ ਵਰਤਿਆ ਜਦੋਂ ਸਾਰੇ ਹੀਲੇ ਜੋੜੇ ਮੁੱਕ ਗਏ ਸੀ। ਬਹੁਤ ਧੰਨਵਾਦ, ਤੁਸੀਂ ਬਹੁਤ ਇੰਪੋਰਟੈਂਟ ਔਰ ਇਤਿਹਾਸ ਦੀਆਂ ਬਹੁਤ ਵੱਡੀਆਂ ਗੱਲਾਂ, ਹਾਲਾਂਕਿ ਬੜਾ ਵੱਡਾ ਦੋਸ਼ ਹੈ ਤੁਹਾਡਾ ਕਿ ਜਥੇਦਾਰ ਸੰਤੋਖ ਸਿੰਘ ਦਾ ਮਰਡਰ ਗਿਆਨੀ ਜੈਲ ਸਿੰਘ ਔਰ ਹੋ ਸਕਦਾ ਹੈ ਪਿੱਛੇ ਇੰਦਰਾ ਗਾਂਧੀ ਦਾ ਵੀ ਹੱਥ ਹੋਵੇ। ਅੱਜ ਬਹੁਤ ਵੱਡਾ ਤੁਸੀਂ ਖੁਲਾਸਾ ਇਸ ਇੰਟਰਵਿਊ ਦੇ ਵਿੱਚ ਕੀਤਾ ਹੈ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਵੱਡੀ ਗੱਲ ਅੱਜ ਜੋ ਮਨਜੀਤ ਸਿੰਘ ਜੀਕੇ ਹੋਣਾ ਨੇ ਸਾਡੇ ਇਸ ਇੰਟਰਵਿਊ ਦੇ ਵਿੱਚ 40 ਸਾਲ ਆਲਮੋਸਟ ਬਾਅਦ ਇਹ ਗੱਲ ਉਹ ਕਹਿ ਰਹੇ ਨੇ ਕਿ ਗਿਆਨੀ ਜੈਲ ਸਿੰਘ ਜਾਂ ਇੰਦਰਾ ਗਾਂਧੀ ਵੀ ਇਹਦੇ ਪਿੱਛੇ ਹੋ ਸਕਦੀ ਹੈ ਜੋ ਜਥੇਦਾਰ ਸੰਤੋਖ ਸਿੰਘ ਦਾ ਮਰਡਰ ਹੁੰਦਾ ਹੈ। ਫਿਲਹਾਲ ਤਵਾਰੀਖ ਦੇ ਇਸ ਐਪੀਸੋਡ ਦੇ ਵਿੱਚ ਇੰਨਾ ਹੀ, ਇਜਾਜ਼ਤ ਦਿਓ। ਧੰਨਵਾਦ।